ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਮਾਰੇ ਸਮਝਾਉਂਦੇ ਵੀ ਸਾਡਾ ਜੋ ਮਨ ਹੈ ਇਹ ਕਈ ਵਾਰ ਕੀ ਕਰਦਾ ਹੈ ਬਈ ਇਹ ਪੜ੍ਹਦਾ ਵੀ ਹੈ ਪਰ ਪੜ੍ਹ ਕੇ ਫਿਰ ਹੀ ਬਾਅਦ ਚੋਂ ਭੁੱਲ ਜਾਂਦਾ ਤੇ ਤੀਰਥ ਤੇ ਵੀ ਜਾਂਦਾ ਹੈ, ਇਸ਼ਨਾਨ ਵੀ ਕਰਦਾ ਹੈ ਪਰ ਅੰਦਰ ਫਿਰ ਵੀ ਹਉਮੈ ਹੰਕਾਰ ਘਮੰਡ ਨਹੀਂ ਜਾਂਦਾ। ਹੁਣ ਗੁਰੂ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ ਇਹ ਮਨ ਨੂੰ ਸੋਝੀ ਨਹੀਂ ਹੁੰਦੀ ਆਪਣੇ ਆਪੇ ਦੀ ਕਿ ਮੈਂ ਰਾਜਾ। ਮਾਰੇ ਫਰਮਾਉਂਦੇ ਅੱਖਰ ਪੜ੍ਹ ਪੜ੍ਹ ਭੁੱਲੀਏ, ਭੇਖੀ ਬਹੁ ਅਭਿਮਾਨ, ਤੀਰਥ ਨਾਤਾ ਗਿਆ ਕਰੇ ਮਨ ਮੇ ਮੈਲ ਗਮਾਨ। ਗੁਰ ਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ। ਬਈ ਗੁਰੂ ਤੋਂ ਬਿਨਾਂ ਇਹਨੂੰ ਸਮਝ ਨਹੀਂ ਲੱਗਦੀ ਹੈ। ਪੜ੍ਹਦਾ ਵੀ ਸੰਸਾਰ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਵੀ ਹੁਣ ਕਿੰਨਾ ਕੁਛ ਆਪਾਂ ਨੂੰ ਪੜ੍ਹਨ ਨੂੰ ਮਿਲਦਾ ਹੈ ਬਾਹਰ, ਤੇ ਪੜ੍ਹ ਕੇ ਫਿਰ ਇਹ ਭੁੱਲ ਜਾਂਦਾ ਜਦ ਤੱਕ ਸਤਿਗੁਰੂ ਕਹਿੰਦੇ ਇਹ ਨਾਮ ਦੇ ਨਾਲ ਨਹੀਂ ਜੁੜਦਾ। ਨਾਮ ਤੋਂ ਬਿਨਾਂ ਹੋਰ ਫਿਰ ਜੋ ਵੀ ਇਹ ਪੜ੍ਹਦਾ ਬੋਲਦਾ ਇਸ ਨੂੰ ਸਭ ਗੁਰਬਾਣੀ ਗੁਰੂ ਵਿੱਚ ਕੂੜ ਆਖੀ। ਮਾਰੇ ਕਹਿੰਦੇ ਹੋਰ ਕੂੜ ਪੜ੍ਹਨਾ ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਬੈਨ ਨਾ ਮੈਂ ਕੋ ਥਿਰ ਨਹੀਂ, ਪੜ੍ਹ ਪੜ੍ਹ ਹੋਈ ਖਵਾਰ। ਕਿ ਨਾਮ ਤੋਂ ਬਿਨਾਂ ਮਨ ਥਿਰ ਨਹੀਂ ਹੁੰਦਾ ਤੇ ਫਿਰ ਖਵਾਰ ਹੁੰਦਾ, ਫਿਰ ਵਾਪਸ ਜੂਨਾਂ 'ਚ ਚਲਾ ਜਾਂਦਾ, ਮੁੜ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਕੀ ਪੜ੍ਹਨਾ, ਕੀ ਬੋਲਣਾ, ਕੀ ਅਸੀਂ ਸੁਣਨਾ,
ਤਾਂ ਕਿ ਸਾਡਾ ਬੋਲਿਆ ਸੁਣਿਆ ਇਹ ਦਰਗਾਹ ਦੇ ਵਿੱਚ ਪ੍ਰਵਾਨ ਹੋਵੇ। ਜਿਹੜਾ ਬੋਲਣ ਦੇ ਨਾਲ ਸੁਣਨ ਦੇ ਨਾਲ ਸਾਡੇ ਮਨ ਦੀ ਇੱਜ਼ਤ ਪੱਤ ਰਵੇ। ਮਾਰੇ ਫਰਮਾਉਂਦੇ ਜਿਤ ਬੋਲਿਆ ਪਤ ਪਾਈਏ ਸੋ ਬੋਲਿਆ ਪ੍ਰਵਾਨ। ਹੁਣ ਜਦੋਂ ਦਾ ਇਹ ਆਪਦੀ ਮੱਤ ਦੁਬਾਰਾ ਕਰਦਾ ਹੈ ਤੇਰੇ ਕੂੜੀ ਬੋਲਦਾ, ਕੂੜੀ ਸੁਣਦਾ, ਕੂੜੀ ਦੇਖਦਾ। ਸੋ ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਅਸੀਂ ਜਦੋਂ ਬੋਲਣਾ ਅਸੀਂ ਮਾਲਕ ਦੀ ਵਡਿਆਈ ਕਰਨੀ, ਉਹਦਾ ਸਿਮਰਨ ਕਰਨਾ, ਉਹਦੇ ਗੁਣ ਗਾਉਣੇ। ਜਦੋਂ ਅਸੀਂ ਸੁਣਨਾ ਮਾਲਕ ਦੀ ਉਸਤਤ ਵਡਿਆਈ ਸੁਣਨੀ। ਜਦੋਂ ਅਸੀਂ ਦੇਖਣਾ ਪਰਮਾਤਮਾ ਨੂੰ, ਬ੍ਰਹਮ ਨੂੰ ਦੇਖਣਾ। ਸੋ ਇਹ ਫਿਰ ਆਪਾਂ ਨੂੰ ਸਤਿਗੁਰੂ ਦੇਖਣ ਦੀ, ਸੁਣਨ ਦੀ, ਬੋਲਣ ਦੀ, ਚੱਲਣ ਫਿਰਨ ਦੀ, ਕਰਮ ਕਰਨ ਦੀ, ਇਹ ਸਾਰੀ ਸਾਨੂੰ ਸਾਡੇ ਜੀਵਨ ਦੀ ਜਾਚ ਸਿਖਾਉਂਦੀ। ਜਦੋਂ ਆਪਾਂ ਸਤਸੰਗ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ ਆਇਆ ਸਾਡਾ ਦੁਬਾਰਾ ਜਨਮ ਹੁੰਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਬੱਚੇ ਦਾ ਜਦੋਂ ਜਨਮ ਹੁੰਦਾ ਹੈ, ਬੱਚੇ ਨੂੰ ਮਾਂ ਪਿਓ ਸਿਖਾਉਂਦੇ, ਉਹਨੂੰ ਪਹਿਲਾਂ ਚੱਲਣਾ ਨਹੀਂ ਆਉਂਦਾ, ਤੁਰਨਾ ਸਿਖਾਉਂਦੇ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਨੂੰ ਬੋਲਣਾ ਸਿਖਾਉਂਦੇ, ਉਹਨੂੰ ਸੁਣਨਾ ਦੇਖਣਾ ਸਿਖਾਉਂਦੇ। ਇਸੇ ਤਰ੍ਹਾਂ ਹੀ ਜਦੋਂ ਫਿਰ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਗੁਰੂ ਫਿਰ ਸਾਨੂੰ ਉਹ ਬੱਚੇ ਵਾਂਗੂ ਸਾਰਾ ਕੁਝ ਹੀ ਸਾਡੇ ਮਨ ਨੂੰ ਸਿਖਾਉਂਦੇ, ਸਾਨੂੰ ਦੇਖਣਾ ਸਿਖਾਉਂਦੇ, ਸਾਨੂੰ ਬੋਲਣਾ ਸਿਖਾਉਂਦੇ, ਸੁਣਨਾ ਸਿਖਾਉਂਦੇ, ਸਾਨੂੰ ਚੱਲਣਾ ਫਿਰਨਾ ਸਿਖਾਉਂਦੇ। ਇਸ ਵਾਸਤੇ ਫਿਰ ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਚ। ਬਈ ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਜੀਵਨ ਦੀ ਜਾਚ ਸਿੱਖ ਲੈਂਦੇ, ਫਿਰ ਸਾਡਾ ਜੀਵਨ ਹੈ ਜਿਹੜਾ ਉਹ ਬਦਲ ਜਾਂਦਾ। ਸਾਡੀ ਬੋਲ ਚਾਲ, ਸਾਡੀ ਦੇਖਣੀ, ਸਾਡਾ ਸੁਣਨਾ, ਸਾਡਾ ਚੱਲਣਾ ਫਿਰਨਾ, ਸਾਡਾ ਕਰਮ, ਇਹ ਸਾਰੀ ਫਿਰ ਸਾਡੇ ਮਨ ਦੀ ਅਵਸਥਾ ਜਿਹੜੀ ਪਹਿਲਾਂ ਕੁਝ ਹੋਰ ਹੁੰਦੀ ਹੈ, ਬਾਅਦ ਦੇ ਵਿੱਚ ਫਿਰ ਕੁਝ ਹੋਰ ਹੋ ਜਾਂਦੀ ਹੈ ਗੁਰੂ ਦੀ ਮੱਤ ਦੁਆਰਾ। ਇਸ ਵਾਸਤੇ ਫਿਰ ਆਪਾਂ ਤਾਂਹੀਓ ਕਹਿੰਦੇ ਹਾਂ ਵੀ ਜਦੋਂ ਖਾਲਸੇ ਦਾ ਜਨਮ ਹੋਇਆ, ਵੀ ਖਾਲਸੇ ਦਾ ਜਨਮ ਕਦੋਂ ਮੰਨਿਆ ਜਾਂਦਾ? ਵੀ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਅੰਮ੍ਰਿਤ ਦੀ ਦਾਤ ਲੈਂਦੇ, ਆਪਾਂ ਕਹਿੰਦੇ ਵੀ ਸਾਡਾ ਦੁਬਾਰਾ ਜਨਮ ਹੋਇਆ। ਹੁਣ ਜਦੋਂ ਆਪਾਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਗੁਰੂ ਫਿਰ ਸਾਡੇ ਮਨ ਦਾ ਜਨਮ ਕਰਾਉਂਦੇ। ਇਹ ਮਾਇਆ ਦੇ ਘਰ ਦੇ ਵਿੱਚੋਂ ਕੱਢ ਕੇ ਸਾਡਾ ਜਨਮ ਨਿਜ ਮਹਿਲ ਥਿਰ ਘਰ 10ਵੇਂ ਦੁਆਰ ਦੇ ਵਿੱਚ ਕਰਾ ਦਿੰਦੇ, ਜਿਹਨੂੰ ਆਨੰਦਪੁਰੀ ਦਾ ਵੀ ਨਾਮ ਦਿੱਤਾ। ਮਾਰੇ ਫਰਮਾਉਂਦੇ ਗੁਰ ਪ੍ਰਸਾਦੀ ਸ਼ਿਵ ਘਰ ਜੰਮੇ, ਵਿੱਚੋਂ ਸ਼ਬਦ ਗਵਾਈ। ਬਈ ਗੁਰੂ ਦੀ ਕਿਰਪਾ ਦੁਆਰਾ ਸਾਡੇ ਮਨ ਦਾ ਜਿਹੜਾ ਜਨਮ ਉਹ ਸ਼ਿਵ ਘਰ, ਸ਼ਿਵ ਕਹਿੰਦੇ ਮਾਲਕ ਨੂੰ, ਸ਼ਿਵਪੁਰੀ ਦਾ ਨਾਮ ਦਿੱਤਾ, ਉੱਥੇ ਸਾਡਾ ਜਨਮ ਹੋ ਜਾਂਦਾ ਹੈ। ਜਦੋਂ ਸਾਡਾ ਉੱਥੇ ਜਨਮ ਹੁੰਦਾ ਫਿਰ ਇਹ ਸਾਨੂੰ ਸਾਡੇ ਜੀਵਨ ਦੀ ਜਾਚ ਸਿਖਾਈ ਜਾਂਦੀ, ਸਾਡੇ ਮਨ ਨੂੰ ਜਨਮ ਤੋਂ ਬਾਅਦ। ਇਸ ਵਾਸਤੇ ਜੇ ਅਸੀਂ ਇਹ ਜੀਵਨ ਦੀ ਜਾਚ ਸਿੱਖੀ, ਗੁਰੂ ਦੀ ਮੱਤ ਲਈ,
ਫਿਰ ਸਾਡੇ ਜੀਵਨ ਦੀ ਰੂਪ ਰੇਖ ਗੁਰੂ ਤੇ ਸਤਿਗੁਰ ਮਿਲ ਕੇ ਤਿਆਰ ਕਰਦੇ ਨੇ। ਜਿਵੇਂ ਜਨਨੀ ਮਾਂ ਆਪਦੇ ਬੱਚੇ ਨੂੰ ਪਾਲਦੀ, ਉਹਦਾ ਖਿਆਲ ਰੱਖਦੀ, ਉਹਨੂੰ ਚੱਲਣਾ ਫਿਰਨਾ ਸਿਖਾਉਂਦੀ, ਉਹਨੂੰ ਭੋਜਨ ਦਿੰਦੀ, ਖਵਾਉਂਦੀ, ਪਿਲਾਉਂਦੀ, ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਸਾਡੇ ਮਨ ਨੂੰ ਰੱਖਦੇ ਨੇ। ਮਹਾਰਾਜ ਫਰਮਾਉਂਦੇ, ਜਿਉਂ ਜਨਨੀ ਸੁਤ ਜਨ ਪਾਲਤੀ, ਰਾਖੇ ਨਦਰ ਮਝਾਰ, ਅੰਤਰ ਬਾਹਰ ਗਿਰਾਸ ਦੇ ਖਿਨ ਖਿਨ ਪੁਚਾਰ, ਤਿਉ ਸਤਿਗੁਰ ਗੁਰ ਸਿੱਖ ਰੱਖਤਾ ਹਰ ਪ੍ਰੀਤ ਪਿਆਰ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੀਹੇ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਮਹਾਰਾਜ ਦੱਸਦੇ ਵੀ ਧੰਨ ਹੈ ਉਹ ਪਾਂਧਾ, ਪਾਂਧਾ ਗੁਰੂ, ਬਈ ਜਿਹਨੇ ਸਾਨੂੰ ਉਹ ਉਪਦੇਸ਼ ਦੇ ਕੇ ਕਮਲਿਆਂ ਤੋਂ ਸਿਆਣੇ ਕਰ ਦਿੱਤਾ। ਪਹਿਲਾਂ ਸਾਡਾ ਮਨ ਕਮਲਾ ਹੋਇਆ ਫਿਰਦਾ, ਕਮਲੇ ਨੂੰ ਨਾ ਦੇਖਣ ਦਾ ਪਤਾ, ਨਾ ਸੁਣਨ ਦਾ ਪਤਾ, ਨਾ ਬੋਲਣ ਦਾ ਪਤਾ। ਆਪਾਂ ਦੇਖਦੇ ਜਿਵੇਂ ਸੰਸਾਰ 'ਚ ਕਮਲਾ ਜੀਵ ਹੁੰਦਾ, ਕਮਲੇ ਨੂੰ ਆਪਾਂ ਕਹਿੰਦੇ ਹਾਂ ਵੀ ਇਹਨੂੰ ਕਮਲਾ ਹੈ, ਇਹਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ। ਕਮਲੇ ਦਾ ਪਤਾ ਹੀ ਨਹੀਂ ਕੋਈ ਵੀ ਉਹਨੇ ਕੀ ਬੋਲਣਾ। ਸੋ ਇਸੇ ਤਰ੍ਹਾਂ ਹੀ ਸਾਡਾ ਮਨ ਕਮਲਾ ਹੋਇਆ ਹੁੰਦਾ ਨਾਮ ਤੋਂ ਬਿਨਾਂ, ਸਤ ਸੰਗਤ ਤੋਂ ਬਿਨਾਂ, ਗੁਰੂ ਦੀ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ। ਤੇ ਕਮਲੇ ਮਨ ਨੂੰ ਸੋਝੀ ਨਹੀਂ ਹੁੰਦੀ, ਬੋਲਣ ਦਾ ਨਹੀਂ ਪਤਾ। ਕਮਲੇ ਨੇ ਫਿੱਕਾ ਹੀ ਬੋਲਣਾ, ਮਾੜਾ ਹੀ ਬੋਲਣਾ। ਕਮਲੇ ਨੂੰ ਦੇਖਣ ਦਾ ਨਹੀਂ ਪਤਾ, ਉਹਨੇ ਮਾੜਾ ਹੀ ਦੇਖਣਾ। ਉਹਨੂੰ ਸੁਣਨ ਦਾ ਨਹੀਂ ਪਤਾ, ਮਾੜਾ ਹੀ ਸੁਣਨਾ। ਸੋ ਐਸੀ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ, ਬੈਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਕਮਲੇ ਜੀਵ ਨੂੰ ਕੋਈ ਚੰਗੀ ਗੱਲ ਵੀ ਆਖੇ ਉਹਦੇ ਭਲੇ ਲਈ, ਉਹ ਉਹਦੇ ਵੀ ਗੱਲ ਪੈਂਦਾ, ਕਿਉਂਕਿ ਉਹਨੂੰ ਪਤਾ ਨਹੀਂ ਬਈ ਇਹ ਮੇਰੇ ਫਾਇਦੇ ਦੀ ਗੱਲ ਹੈ, ਮੇਰੀ ਭਲਾਈ ਵਾਸਤੇ। ਕਮਲੇ ਨੇ ਮਾੜਾ ਹੀ ਬੋਲਣਾ, ਉਹਨੂੰ ਨਹੀਂ ਪਤਾ ਵੀ ਇਹਦੇ 'ਚ ਮੇਰਾ ਭਲਾ ਹੈ। ਇਸ ਵਾਸਤੇ ਗੁਰਮੁਖ ਤਾਂ ਸਦਾ ਭਲਾ ਹੀ ਕਰਦੇ, ਪਰ ਉਹ ਕਮਲੇ ਹੋਏ ਹੋਏ ਮਨ ਉਹ ਭਲਾ ਸਮਝਦੇ ਨਹੀਂ, ਉਹ ਉਹਨਾਂ ਦੇ ਉਲਟ ਹੋ ਜਾਂਦੇ, ਉਹਨਾਂ ਦੇ ਖਿਲਾਫ ਹੋ ਜਾਂਦੇ। ਸੋ ਇਸ ਵਾਸਤੇ ਫਿਰ ਜਦੋਂ ਮਨ ਕਮਲਾ ਹੋਇਆ ਹੁੰਦਾ, ਇਹਦੇ ਇੱਕ ਥਾਂ 'ਤੇ ਟਿਕਦਾ ਨਹੀਂ। ਬੈਰ ਵਿਰੋਧ ਈਰਖਾ ਨਫ਼ਰਤ ਆਪਦੀ ਮੱਤ ਦੁਆਰਾ ਸਿਆਣਾ ਵੀ ਬਣਦਾ ਹੈ, ਪੜ੍ਹਦਾ ਵੀ ਹੈ, ਪਰ ਪੜ੍ਹ ਕੇ ਫਿਰ ਭੁੱਲ ਜਾਂਦਾ ਹੈ। ਤਾਂਹੀਓ ਮਾਰੇ ਕਹਿੰਦੇ ਅੱਖਰ ਪੜ੍ਹ ਪੜ੍ਹ ਭੁੱਲੀਏ, ਭੇਖੀ ਬਹੁਤ ਅਭਿਮਾਨ। ਬਈ ਭੇਖ ਵੀ ਬਣਾ ਲੈਂਦਾ ਬਾਹਰੋਂ ਸੋਹਣਾ ਗੁਰਮੁਖਾਂ ਵਾਲਾ, ਪਰ ਅੰਦਰ ਅਭਿਮਾਨ, ਅੰਦਰ ਹਉਮੈ ਹੰਕਾਰ। ਕਿਉਂਕਿ ਗੁਰੂ ਦੀ ਸ਼ਰਨ 'ਚ ਨਹੀਂ ਆਇਆ, ਉਹ ਕਮਲਾਪਨ ਅੰਦਰੋਂ ਕਮਲਾ ਹੈ। ਮਨ ਹੈ ਜਿਹੜਾ ਉਹ ਕਮਲਾ ਹੈ। ਫਿਰ ਆਪਦੀ ਸਿਆਣਪ ਦੁਆਰਾ ਤੀਰਥਾਂ 'ਤੇ ਵੀ ਜਾਂਦਾ ਹੈ ਕਿ ਮੈਂ ਤੀਰਥਾਂ 'ਤੇ ਜਾਣਾ, ਉੱਥੇ ਮੈਂ ਇਸ਼ਨਾਨ ਕਰਕੇ ਆਉਣਾ। ਤੇ ਮਹਾਰਾਜ ਕਹਿੰਦੇ ਤੀਰਥ ਨਹਾਤਾ ਤੇਰਾ ਕੀ ਕਰੇ, ਵੀ ਤੇਰੇ ਅੰਦਰ ਤਾਂ ਮੈਲ ਹੈ, ਮਨ ਤਾਂ ਤੇਰਾ ਮੈਲਾ, ਅੰਦਰ ਤਾਂ ਤੇਰੇ ਅਭਿਮਾਨ ਹੈ, ਹੰਕਾਰ ਭਰੇ। ਤੀਰਥ ਨਹਾਤਾ ਕਿਆ ਕਰੇ, ਮਨ ਮੇ ਮੈਲ ਘਮਾਨ, ਮਨ ਦੇ ਵਿੱਚ ਮੈਲ ਹੈ, ਘਮਾਨ ਹੈ। ਸੋ ਇਸ ਵਾਸਤੇ ਫਿਰ ਆਪਦੀ ਮੱਤ ਦੁਆਰਾ ਜੀਵ ਕਿੰਨਾ ਵੀ ਕਰ ਲਵੇ, ਉਹਦੇ ਅੰਦਰੋਂ ਹਉਮੈ ਹੰਕਾਰ, ਉਹਦਾ ਕਮਲਾਪਨ ਇਹ ਦੂਰ ਨਹੀਂ ਹੁੰਦਾ। ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਆ ਕੇ ਆਪਾਂ ਸਮਰਪਣ ਨਹੀਂ ਕਰਦੇ। ਆਪਦੀ ਮੱਤ ਦੁਆਰਾ ਜੀਵ ਕਿੰਨਾ ਵੀ ਸਿਆਣਾ ਹੋ ਜੇ, ਕਿੰਨਾ ਵੀ ਚਤਰ ਬੁੱਧੀ ਵਾਲਾ ਹੋ ਜੇ, ਪਰ ਹੋਏ ਭਵ ਸਾਗਰ ਤੋਂ ਤਰ ਨਹੀਂ ਸਕਦਾ
ਜਦ ਤੱਕ ਉਹ ਗੁਰੂ ਦੀ ਮੱਤ ਨਹੀਂ ਲੈਂਦਾ ਹੈ। ਤਾਈਆਂ ਮਾਰੇ ਫਰਮਾਉਂਦੇ ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਕਿ ਇਹ ਅਜਾਣ ਜੀਵ ਤੂੰ ਗੁਰੂ ਦੀ ਮੱਤ ਲੈ। ਗੁਰੂ ਦੀ ਮੱਤ ਤੋਂ ਬਿਨਾਂ ਭਗਤੀ ਦਾ ਭੇਤ ਨਹੀਂ ਆਉਂਦਾ, ਅਤੇ ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਭਵ ਸਾਗਰ ਭਵ ਜਲ ਦੇ ਵਿੱਚ ਡੁੱਬ ਜਾਂਦੇ ਨੇ, ਉਹ ਇੱਥੋਂ ਪਾਰ ਨਹੀਂ ਹੋ ਸਕਦੀ। ਹੁਣ ਇਸ ਵਾਸਤੇ ਫਿਰ ਆਪਾਂ ਪਹਿਲਾਂ ਜਦੋਂ ਆਪਦੀ ਮੱਤ ਦੁਆਰਾ ਕਰਦੇ ਹਾਂ, ਕਰਕੇ ਦੇਖ ਲੈਂਦੇ ਹਾਂ, ਪਰ ਸਾਡਾ ਜਿਹੜਾ ਮਨ ਹੈ ਉਹਦੇ ਵਿੱਚ ਹੋਰ ਹੰਕਾਰ ਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦੱਸਦੇ ਆਪਾਂ ਨੂੰ, ਕਹਿੰਦੇ ਵੀ ਅਸੀਂ ਪਾਠ ਵੀ ਕੀਤਾ, ਵੇਦਾਂ ਨੂੰ ਵੀ ਪੜ੍ਹਿਆ, ਪਰ ਜਿਹੜਾ ਇਹ ਪੰਜਾਂ ਤੋਂ ਸੰਗ ਨਾ ਛੁੱਟਿਆ, ਅੰਦਰ ਹੋਰ ਹਉਮੈ ਸੀ ਜਿਹੜੀ, ਉਹ ਹੰਕਾਰ ਵੱਧ ਗਿਆ। ਮਾਰੇ ਫਰਮਾਉਂਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਣਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ। ਪਿਆਰੇ ਐਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਸਤਿਗੁਰੂ ਸਮਝਾਉਂਦੇ ਵੀ ਇਹ ਵਿਧੀ, ਇਹ ਤਰੀਕਾ ਅਸੀਂ ਅਪਣਾ ਕੇ ਦੇਖੀਏ। ਕਿਹੜਾ? ਪਾਠ ਵੀ ਪੜ੍ਹਿਆ, ਵੇਦਾਂ ਨੂੰ ਵੀ ਵਿਚਾਰਿਆ, ਨਿਵਲ ਭਿਅੰਗਮ, ਵੀ ਜਿਹੜਾ ਇਹ ਯੋਗ ਮਤ ਸੀ ਉਹ ਵੀ ਸਾਧਨ ਅਪਣਾਏ, ਪਰ ਮਨ ਵਿਕਾਰ ਨਹੀਂ ਛੱਡਦਾ। ਤੇ ਮਹਾਰਾਜ ਕਹਿੰਦੇ ਇਹ ਵਿਧੀਆਂ ਦੁਆਰਾ ਨਹੀਂ ਮਿਲਿਆ ਜਾ ਸਕਦਾ। ਫੇਰ ਕਹਿੰਦੇ ਵੀ ਕੀ ਕੀਤਾ, ਸਾਰਾ ਕੁਝ ਛੱਡ ਕੇ ਫਿਰ ਗੁਰੂ ਦੀ ਸ਼ਰਨ 'ਚ ਆ ਗਏ, ਮਾਲਕ ਦੀ ਸ਼ਰਨ ਦੇ ਵਿੱਚ ਆ ਕੇ ਡਿੱਗ ਪਏ। ਮਹਾਰਾਜ ਕਹਿੰਦੇ ਹਾਰ ਭਰਿਓ ਸੁਆਮੀ ਕੇ ਦੁਆਰੇ, ਮੈਂ ਦੀਜੇ ਬੁੱਧ ਵਿਵੇਕਾ। ਵੀ ਜਦੋਂ ਹਾਰ ਗਏ, ਸਾਰਾ ਕੁਛ ਕਰਕੇ ਥੱਕ ਗਏ, ਮਨ ਨਾ ਰੁਕਿਆ, ਤੇ ਫਿਰ ਗੁਰੂ ਦੀ ਸ਼ਰਨ 'ਚ ਆਏ। ਫਿਰ ਜਦੋਂ ਸ਼ਰਨ 'ਚ ਆਉਂਦੇ ਹਾਂ, ਤੇ ਫਿਰ ਸਾਨੂੰ ਇਹ ਵਿਧੀ ਤਰੀਕਾ ਮਿਲਦਾ ਵੀ ਅਸੀਂ ਕਿਵੇਂ ਮਨ ਨੂੰ ਰੋਕ ਸਕਦੇ, ਕਿਵੇਂ ਸਾਡਾ ਜਿਹੜਾ ਮਨ ਹੈ ਇਹ ਇੱਕ ਥਾਂ 'ਤੇ ਸਥਿਰ ਹੋ ਸਕਦਾ, ਰੁਕ ਸਕਦਾ। ਇਹਦੇ ਵਿੱਚ ਫਿਰ ਸਭ ਤੋਂ ਵੱਡੀ ਜਿਹੜੀ ਰੁਕਾਵਟ ਉਹ ਹੈ ਸਾਡੀ ਆਪਣੀ ਮੱਤ, ਸਾਡੀ ਸੋਚ, ਸਾਡੀ ਸਿਆਣਪ। ਇਹ ਸਾਡੀ ਸਿਆਣਪ ਹੀ, ਸਾਡੀ ਸੋਚ ਹੀ ਸਾਨੂੰ ਟਿਕਣ ਨਹੀਂ ਦਿੰਦੀ। ਸੋਚ ਕੀ ਹੈ? ਵਿਚਾਰ ਫੁਰਨੇ। ਅਸੀਂ ਸੋਚੀ ਜਾਂਦੇ ਹਾਂ, ਸੋਚਾਂ ਦੇ ਵਿੱਚ ਹੀ ਅਸੀਂ ਦੁਖੀ ਹੋਈ ਜਾਂਦੇ ਹਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਆਪਦੀ ਮੱਤ ਛੱਡੋ, ਤੇ ਨਾਲ ਹੀ ਇਹ ਵੀ ਕਹਿਤਾ ਵੀ ਆਪਦੀ ਮੱਤ ਹੀ ਛੱਡਣੀ ਔਖੀ, ਕਠਨ। ਕਾਹਤੋਂ ਕਠਨ ਹੈ? ਕਿਉਂਕਿ ਅਸੀਂ ਇਹਨੂੰ ਦ੍ਰਿੜ ਬਹੁਤ ਜ਼ਿਆਦਾ ਕਰ ਲਿਆ ਆਪਦੀ ਮੱਤ, ਅਸੀਂ ਸਿਆਣੇ ਬਣ ਗਏ ਬਹੁਤ ਜ਼ਿਆਦਾ। ਇਸ ਲਈ ਮਹਾਰਾਜ ਕਹਿੰਦੇ ਮਨ ਕੀ ਮੱਤ ਤੇ ਆਗੋ ਹਰਿ ਜਨ, ਇਹਾਂ ਬਾਤ ਕਠਿਨੀ। ਵੀ ਇਹ ਹੈ ਕਠਿਨ ਗੱਲ, ਆਪਦੀ ਮੱਤ ਛੱਡ ਦੇਣੀ, ਆਪਦੀ ਸਿਆਣਪ ਛੱਡ ਦੇਣੀ। ਹੁਣ ਜਦੋਂ ਅਸੀਂ ਆਪਦੀ ਸਿਆਣਪ ਵਰਤਦੇ ਹਾਂ ਤੇ ਸਾਡੇ ਵਿਚਾਰ ਨਹੀਂ ਰੁਕਦੇ, ਸਾਡੀ ਸਿਆਣਪ ਹੀ ਸਾਨੂੰ ਦੁਖੀ ਕਰੀ ਜਾਂਦੀ। ਅਸੀਂ ਆਪਦੀ ਸਿਆਣਪ ਦੁਆਰਾ ਜੋ ਸੋਚਦੇ ਉਹ ਜਦੋਂ ਉਵੇਂ ਹੁੰਦਾ ਨਹੀਂ ਤੇ ਅਸੀਂ ਹੋਰ ਦੁਖੀ ਹੁੰਦੇ ਕਿ ਜੋ ਅਸੀਂ ਸੋਚਿਆ ਅਸੀਂ ਉਹ ਹੋਇਆ ਨਹੀਂ।
ਪਹਿਲਾਂ ਜਿਹੜਾ ਸਮਾਂ ਸੀ ਉਹ ਸੋਚ ਸੋਚ ਕੇ ਗਵਾ ਲਿਆ, ਤੇ ਜਦੋਂ ਉਹ ਸੋਚ ਸਿਰੇ ਨਾ ਚੜ੍ਹੀ ਤੇ ਫਿਰ ਦੁਖੀ ਹੋ ਕੇ ਕੁਝ ਸਮਾਂ ਉਹ ਗਵਾ ਲਿਆ। ਇਸ ਤਰ੍ਹਾਂ ਫਿਰ ਸਾਡੀ ਸੋਚ, ਸਾਡੀ ਸਿਆਣਪ ਸਾਨੂੰ ਦੁੱਖਾਂ ਦੇ ਵਿੱਚ ਲੈ ਕੇ ਜਾਂਦੀ। ਸਾਰੀ ਉਮਰ ਜੀਵ ਜਿਹਨੇ ਗੁਰੂ ਦੀ ਮੱਤ ਨਹੀਂ ਲਈ, ਆਪਦੀ ਸਿਆਣਪ ਦੁਆਰਾ ਚੱਲਦਾ ਹੈ, ਉਹਦੀ ਸਿਆਣਪ ਹੀ ਉਹਨੂੰ ਦੁੱਖਾਂ 'ਚ ਰੱਖਦੀ। ਹੁਣ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਹਰ ਇੱਕ ਜੀਵ ਆਪਦੇ ਆਪ ਨੂੰ ਸਿਆਣਾ ਕਹਿੰਦਾ, ਇੱਕ ਤੋਂ ਇੱਕ ਵੱਧ ਕੇ ਸਿਆਣਾ। ਤਾਈਓ ਮਹਾਰਾਜ ਜੀ ਸਾਨੂੰ ਸਮਝਾਉਂਦੇ, ਕਹਿੰਦੇ ਕਿਸ ਨੂੰ ਕਹੀਏ ਨਾਨਕ ਇੱਕ ਦੂ ਇੱਕ ਸਿਆਣਾ। ਕਿਹਨੂੰ ਆਖੀਏ ਇੱਥੇ ਇੱਕ ਤੋਂ ਵੱਧ ਇੱਕ ਸਿਆਣਾ ਜੀਵ। ਹੁਣ ਸਿਆਣੇ ਤੇ ਦੁਖੀ ਸਾਰੇ ਹੀ ਨੇ। ਜੇ ਅਸੀਂ ਸਿਆਣੇ ਹੋਈਏ ਤੇ ਫਿਰ ਦੁਖੀ ਕਾਹਤੋਂ ਹੋਈਏ? ਇਹਦਾ ਮਤਲਬ ਬਈ ਅਸੀਂ ਮੰਨ ਲਿਆ ਵੀ ਅਸੀਂ ਸਿਆਣੇ ਹਾਂ, ਪਰ ਜਦੋਂ ਅਸੀਂ ਸਤਿਗੁਰਾਂ ਦੀ ਮੱਤ ਲੈਂਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ, ਤੇ ਉਦੋਂ ਫਿਰ ਸਾਨੂੰ ਕਹਿੰਦੇ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਹੈ ਤਾਂ ਸਿਆਣੇ, ਆਪਦੇ ਆਪ ਨੂੰ ਸਮਝਦੇ, ਪਰ ਅਸੀਂ ਦੁਖੀ ਬਹੁਤ। ਸਾਡੇ ਪਰਿਵਾਰਾਂ ਦੇ ਵਿੱਚ ਦੁੱਖ, ਕਲਾ ਕਲੇਸ਼, ਵੈਰ ਵਿਰੋਧ, ਅਸੀਂ ਦੁਖੀ ਬੜੇ। ਤੇ ਮਹਾਰਾਜ ਫਿਰ ਸਾਨੂੰ ਸਾਡੇ ਦੁੱਖ ਦਾ ਕਾਰਨ ਕੀ ਦੱਸਦੇ? ਵੀ ਸਾਡੀ ਸਿਆਣਪ ਸੀ ਸਾਡੇ ਲਈ ਦੁੱਖ ਦਾ ਕਾਰਨ, ਵੀ ਅਸੀਂ ਸਿਆਣੇ ਹਾਂ ਤਾਂਹੀਓ ਤਾਂ ਅਸੀਂ ਦੁਖੀ ਹਾਂ। ਸੋ ਇਸ ਵਾਸਤੇ ਸੰਸਾਰ ਦਾ ਜਿਹੜਾ ਖੇਲ ਉਹ ਸਾਰਾ ਉਲਟ ਹੈ, ਸਾਰਾ ਪੁੱਠਾ ਚੱਲਦਾ ਹੈ। ਜਿਹਨੂੰ ਸੰਸਾਰ ਸਿਆਣਪ ਕਹਿੰਦਾ ਹੈ, ਉਹ ਸਿਆਣਪ ਸਾਨੂੰ ਲੈ ਕੇ ਡੁੱਬ ਜਾਂਦੀ। ਉਹ ਸਿਆਣਪ ਵਰਤ ਕੇ ਅਸੀਂ ਦੁਖੀ ਹੀ ਹੁੰਦੇ ਹਾਂ, ਅਸੀਂ ਦੁੱਖ ਹੀ ਇਕੱਠੇ ਕਰਦੇ। ਹੁਣ ਆਪਾਂ ਫਿਰ ਜਦੋਂ ਸਤ ਸੰਗਤ 'ਚ ਆਉਂਦੇ ਹਾਂ, ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਤੇ ਸਤਿਗੁਰੂ ਸਾਨੂੰ ਕੀ ਦੱਸਦੇ ਸਾਡੇ ਦੁੱਖਾਂ ਦਾ ਕਾਰਨ? ਸਾਡੀ ਸਿਆਣਪ। ਤੇ ਉਹ ਕਹਿੰਦੇ ਸਿਆਣਪ ਛੱਡ ਦਿਓ, ਆਪਦੀ ਮੱਤ ਛੱਡ ਦਿਓ। ਤੇ ਹੁਣ ਉਹ ਛੱਡੀ ਨਹੀਂ ਜਾਂਦੀ। ਤੇ ਉਹਦੇ ਵਾਸਤੇ ਫਿਰ ਕੀ ਕਰੀਏ ਵੀ ਤਾਂ ਕਿ ਛੱਡੀ ਜਾਵੇ? ਤੇ ਸਤਿਗੁਰੂ ਕਹਿੰਦੇ ਸਿਮਰਨ ਕਰੋ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਇਹ ਸਿਮਰਨ ਇਸੇ ਵਾਸਤੇ ਕੀਤਾ ਜਾਂਦਾ ਵੀ ਸਾਡੀ ਸਿਆਣਪ ਹੈ ਜਿਹੜੀ ਇਹ ਸਾਡੀ ਖਤਮ ਹੋ ਜਾਏ। ਜਿਹੜਾ ਸਾਨੂੰ ਇਹ ਭਰਮ ਪੈ ਗਿਆ ਵੀ ਅਸੀਂ ਬੜੇ ਸਿਆਣੇ ਹਾਂ, ਇਹ ਅਸੀਂ ਸਿਆਣਪ ਹੀ ਖਤਮ ਕਰਨੀ ਹੈ, ਆਪਦੀ ਮੱਤ ਹੀ ਖਤਮ ਕਰਨੀ ਹੈ, ਇਹਨੂੰ ਛੱਡਣਾ। ਜੇ ਅਸੀਂ ਆਪਦੀ ਸਿਆਣਪ ਛੱਡ ਦਿੱਤੀ ਤੇ ਸਾਨੂੰ ਕੋਈ ਦੁੱਖ ਨਹੀਂ ਹੈ, ਫਿਰ ਕੋਈ ਦੁੱਖ ਦਾ ਕਾਰਨ ਹੀ ਨਹੀਂ ਬਚਦਾ। ਕਿਉਂਕਿ ਦੁੱਖ ਦਾ ਕਾਰਨ ਕੀ ਸੀ? ਸਾਡੀ ਸੋਚ, ਸਾਡੀ ਸਿਆਣਪ। ਤੇ ਆਪਾਂ ਉਹ ਸੋਚ ਹੀ ਬੰਦ ਕਰ ਦਿੱਤੀ, ਸਿਆਣਪ ਹੀ ਬੰਦ ਕਰ ਦਿੱਤੀ, ਤੇ ਫਿਰ ਕੋਈ ਦੁੱਖ ਨਹੀਂ, ਫਿਰ ਸੁੱਖ ਹੀ ਸੁੱਖ, ਫਿਰ ਆਨੰਦ ਹੀ ਆਨੰਦ। ਇਸ ਵਾਸਤੇ ਸਾਡੀ ਜਿਹੜੀ ਸੋਚ ਉਹ ਸਾਨੂੰ ਵਰਤਮਾਨ ਦੇ ਵਿੱਚ ਨਹੀਂ ਰਹਿਣ ਦਿੰਦੀ। ਸੋਚਾਂ ਦੇ ਵਿੱਚ ਜੀਵ ਸਿਆਣਪ ਦੇ ਵਿੱਚ ਜ਼ਿਆਦਾ ਉਹ ਭਵਿੱਖ ਬਾਰੇ ਸੋਚੀ ਜਾਂਦਾ, ਆਉਣ ਵਾਲੇ ਸਮੇਂ ਬਾਰੇ, ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਹ ਕਰਨਾ ਹੈ, ਉਹ ਕਰਨਾ ਹੈ। ਤੇ ਜਾਂ ਜੋ ਬੀਤ ਚੁੱਕਿਆ ਉਹ ਬੀਤ ਬਾਰੇ ਸੋਚੀ ਜਾਂਦਾ। ਸੋਚ ਕੇ ਜਿਹੜਾ ਇਹ ਵਰਤਮਾਨ ਹੈ ਇਹ ਵੀ ਖਰਾਬ ਕਰ ਰਿਹਾ। ਤੇ ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਂਦੇ ਵੀ ਜੋ ਬੀਤ ਗਿਆ ਉਹਦਾ ਵਾਪਸ ਆਉਣਾ ਹੀ ਨਹੀਂ। ਜੋ ਸਾਡੇ ਹੱਥੋਂ ਨਿਕਲ ਗਿਆ ਸਮਾਂ ਉਹ ਨਹੀਂ ਮੁੜ ਕੇ ਆਉਣ ਲੱਗਿਆ। ਉਹਦੇ ਬਾਰੇ ਸੋਚਣਾ
ਇਹ ਸਾਡੀ ਮੂਰਖਤਾ ਹੈ, ਸਾਡੀ ਅਗਿਆਨਤਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਜੋ ਬੀਤ ਹੀ ਗਿਆ ਉਹਨੂੰ ਛੱਡ ਦਿਓ। ਜੋ ਵੀ ਹੋ ਗਿਆ, ਚੰਗਾ ਹੋ ਗਿਆ, ਮੰਦਾ ਹੋ ਗਿਆ, ਜੋ ਵੀ ਹੋਇਆ ਉਹ ਮਾਲਕ ਦਾ ਭਾਣਾ ਹੀ ਸੀ। ਤੇ ਅੱਗੇ ਬਾਰੇ ਸੋਚਣਾ ਉਹ ਵੀ ਸਾਡੀ ਸਿਆਣਪ, ਸਾਡੀ ਮੂਰਖਤਾ ਹੀ ਹੈ। ਕਿਉਂਕਿ ਜੋ ਹੋਣਾ ਹੈ ਉਹਨੂੰ ਅਸੀਂ ਬਦਲ ਨਹੀਂ ਸਕਦੇ। ਜੋ ਹੋਣਾ ਉਹ ਹੋ ਕੇ ਹੀ ਰਹਿਣਾ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਝੱਕ ਨਾ ਮਾਰੋ ਵੀ ਸਾਡਾ ਸੋਚਿਆ ਹੋਇਆ ਉਵੇਂ ਹੁੰਦਾ ਨਹੀਂ ਹੈ। ਤੇ ਜੋ ਮਾਲਕ ਨੇ ਕਰਨਾ ਉਹ ਹੋ ਕੇ ਹੀ ਰਹਿਣਾ, ਉਹਨੂੰ ਕੋਈ ਬਦਲ ਨਹੀਂ ਸਕਦਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਐਸੀ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਕਬੀਰ ਝੱਖ ਨਾ ਝਖੀਏ, ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਕੇ ਕੋਈ। ਕਿ ਜੋ ਮਾਲਕ ਨੇ ਕਰਨਾ ਉਸ ਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਇਸ ਵਾਸਤੇ ਕਹਿੰਦੇ ਝੱਖ ਨਾ ਮਾਰੋ ਵੀ ਸਾਡਾ ਸੋਚਿਆ ਉਵੇਂ ਹੁੰਦਾ ਨਹੀਂ। ਸੋ ਆਪਾਂ ਨੂੰ ਹੁਣ ਜਦੋਂ ਇਹ ਸੋਝੀ ਆ ਜਾਂਦੀ, ਗਿਆਨ ਹੋ ਜਾਂਦਾ ਵੀ ਨਾ ਤਾਂ ਜੋ ਬੀਤ ਗਿਆ ਉਹ ਸਾਡੇ ਵਾਸਤੇ, ਉਸ ਨੂੰ ਅਸੀਂ ਬਦਲ ਨਹੀਂ ਸਕਦੇ। ਜੋ ਬੀਤ ਗਿਆ ਉਹ ਚਲਾ ਗਿਆ। ਤੇ ਜੋ ਅੱਗੇ ਹੋਣਾ ਉਹ ਵੀ ਸਾਡੇ ਵੱਸ ਨਹੀਂ ਹੈ ਕਿ ਅਸੀਂ ਉਹਨੂੰ ਬਦਲ ਸਕੀਏ। ਫਿਰ ਆਪਣਾ ਮਨ ਵਰਤਮਾਨ ਦੇ ਵਿੱਚ ਆ ਜਾਂਦਾ ਵੀ ਜੋ ਇਹ ਹੁਣ ਸਮਾਂ ਚੱਲ ਰਿਹਾ, ਜੋ ਮੈਨੂੰ ਸਵਾਸ ਆ ਰਹੇ, ਮੈਂ ਇਹਨਾਂ ਨੂੰ ਸੰਭਾਲਾਂ। ਜੇ ਅਸੀਂ ਵਰਤਮਾਨ ਦੇ ਵਿੱਚ ਜਿਉਵਾਂਗੇ ਫਿਰ ਸਾਨੂੰ ਦੁੱਖ ਨਹੀਂ ਹੋਏਗਾ। ਦੁੱਖ ਕੀ ਹੈ? ਜ਼ਿਆਦਾ ਜੋ ਪਿਛਲਾ ਬੀਤ ਗਿਆ ਸੀ ਉਹਦੇ ਬਾਰੇ ਸੋਚਦੇ ਹਾਂ ਤੇ ਜਾਂ ਅੱਗੇ ਬਾਰੇ ਸੋਚਦੇ ਹਾਂ, ਭਵਿੱਖ ਬਾਰੇ, ਤੇ ਫਿਰ ਅਸੀਂ ਦੁਖੀ ਹੁੰਦੇ। ਉਹਦੇ ਦੋਵਾਂ ਦੇ ਵਿੱਚ ਹੀ ਸਾਡਾ ਇਹ ਵਰਤਮਾਨ ਵੀ ਜਾਰੀ ਹੈ। ਸਾਡਾ ਇਹ ਜਿਹੜਾ ਸਮਾਂ, ਇਹ ਸਮਾਂ ਵੀ ਸਾਡਾ ਵਿਅਰਥ ਜਾ ਰਿਹਾ ਹੈ ਸੋਚਾਂ ਦੇ ਵਿੱਚ, ਵਿਚਾਰਾਂ ਦੇ ਵਿੱਚ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਡੀ ਸੋਚ ਹੀ ਸਾਡੇ ਲਈ ਦੁੱਖ ਦਾ ਕਾਰਨ ਹੈ। ਵੀ ਇਹਨਾਂ ਸੋਚਾਂ ਨੂੰ ਹੀ, ਇਹਨਾਂ ਵਿਚਾਰਾਂ ਨੂੰ ਹੀ ਅਸੀਂ ਬੰਦ ਕਰਨਾ। ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਇੱਕੋ ਸ਼ਬਦ ਦੇ ਵਿੱਚ ਹੀ ਕਲੀਅਰ ਕਰ ਦਿੱਤਾ ਗੁਰਬਾਣੀ ਗੁਰੂ ਵਿੱਚ ਵੀ ਜੇ ਤੁਸੀਂ ਦੁਬਾਰਾ ਮੁੜ ਕੇ ਨਹੀਂ ਆਉਣਾ ਚਾਹੁੰਦੇ ਵਾਪਸ, ਤੁਸੀਂ ਆਪਣੇ ਵਿਚਾਰਾਂ ਨੂੰ ਮਾਰ ਦਿਓ। ਜੇ ਤੁਸੀਂ ਆਪਦੀ ਮੱਤ ਛੱਡ ਦਿੱਤੀ, ਤੁਸੀਂ ਵਿਚਾਰਾਂ ਨੂੰ ਖਤਮ ਕਰ ਲਿਆ, ਤੁਸੀਂ ਆਪ ਵੀ ਤਰ ਜਾਣਾ। ਸਾਡੇ ਜਿਹੜੇ ਸੰਗੀ ਸਾਥੀ, ਹੋਰ ਪਰਿਵਾਰ ਦੇ ਮੈਂਬਰ, ਅਸੀਂ ਨਾਲ ਉਹਨਾਂ ਨੂੰ ਵੀ ਤਾਰ ਸਕਦੇ ਹਾਂ। ਤੇ ਦੁਬਾਰਾ ਵਾਪਸ ਉਲਟ ਕੇ ਅਸੀਂ ਜੂਨਾਂ 'ਚ ਨਹੀਂ ਆਵਾਂਗੇ। ਮਹਾਰਾਜ ਨੇ ਮੋਹਰ ਲਾ ਦਿੱਤੀ, ਗੁਰੂ ਨਾਨਕ ਦੇਵ ਜੀ ਨੇ, ਰਮਾਉਂਦੇ ਵਿਚਾਰ ਮਾਰੇ, ਤਰੇ ਤਾਰੇ, ਉਲਟ ਜੂਨ ਨਾ ਆਵੇ। ਵੀ ਅਸੀਂ ਉਲਟ ਕੇ ਵਾਪਸ ਨਹੀਂ ਆਉਣਾ ਜੂਨਾਂ 'ਚ, ਜੇ ਹੁਣ ਅਸੀਂ ਇਹ ਵਿਚਾਰਾਂ ਨੂੰ ਖਤਮ ਕਰ ਦਿੱਤਾ। ਪਰ ਇਹ ਜਿਹੜੇ ਵਿਚਾਰ ਨੇ ਇਹ ਗੱਲਾਂ ਬਾਤਾਂ ਨਾਲ ਖਤਮ ਨਹੀਂ ਹੁੰਦੇ। ਆਪਦੀ ਮੱਤ, ਆਪਦੀ ਸਿਆਣਪ ਦੁਬਾਰਾ ਨਹੀਂ ਖਤਮ ਹੁੰਦੀ। ਜੇ ਅਸੀਂ ਆਖੀਏ ਵੀ ਅਸੀਂ ਆਪਦੀ ਮੱਤ ਵੀ ਵਰਤੀ ਚੱਲੀਏ, ਸਿਆਣਪ ਨਾ ਛੱਡੀਏ, ਤੇ ਸਾਡੇ ਵਿਚਾਰ ਵੀ ਖਤਮ ਹੋ ਜਾਣ, ਨਹੀਂ ਹੋਣ। ਇਹ ਵਿਚਾਰਾਂ ਨੂੰ ਖਤਮ ਕਰਨ ਵਾਸਤੇ ਫਿਰ ਆਪਾਂ ਨੂੰ ਸਿਮਰਨ ਕਰਨਾ ਪੈਂਦਾ ਤੇ ਆਪਦੀ ਮੱਤ ਛੱਡਣੀ ਪੈਂਦੀ ਤੇ ਗੁਰੂ ਦੀ ਮੱਤ ਲੈਣੀ ਪੈਂਦੀ।
ਫਿਰ ਇਹ ਸਾਡਾ ਮਨ ਹੈ ਜਿਹੜਾ ਇਹ ਸਥਿਰ ਹੁੰਦਾ, ਫਿਰ ਇੱਕ ਥਾਂ 'ਤੇ ਟਿਕ ਜਾਂਦਾ। ਜਿਸ ਵਾਰ ਸਾਹਿਬ ਮਹਾਰਾਜ ਫਰਮਾਉਂਦੇ ਮਨੂਆ ਇਉਂ ਕਰ ਵਾਸਾ ਵੀ ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਬਈ ਇਹ ਜਿਹੜਾ ਸਾਡਾ ਮਨ ਇਹ ਕਿਵੇਂ ਵਸ ਵਿੱਚ ਆਵੇ, ਕਿਵੇਂ ਘਰ ਜਾਵੇ ਵਾਪਸ। ਤੇ ਮਹਾਰਾਜ ਕਹਿੰਦੇ ਗੁਰੂ ਦੀ ਮੱਤ ਦੁਆਰਾ ਨੂੰ ਠਾਕਣਾ ਹੁੰਦਾ ਰੋਕ ਦੇਣਾ। ਬਈ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਇਸ ਨੂੰ ਠਾਕ ਦਾਂਗੇ, ਰੋਕ ਦਾਂਗੇ, ਤੇ ਸਿੱਧਾ ਹੀ ਘਰ ਚਲਾ ਜਾਏਗਾ। ਹੁਣ ਜਦ ਤੱਕ ਅਸੀਂ ਮਨ ਨੂੰ ਠਾਕਦੇ ਨਹੀਂ, ਰੋਕਦੇ ਨਹੀਂ, ਇਹ ਘਰ ਨਹੀਂ ਜਾਂਦਾ। ਤੇ ਇਹ ਰੁਕਦਾ ਆਪਦੀ ਮੱਤ ਦੁਆਰਾ ਉੱਦਾਂ ਹੀ ਨਹੀਂ ਰੁਕਦਾ। ਇੱਕ ਮਿੰਟ ਨਹੀਂ ਜੀਵ ਦਾ ਮਨ ਰੁਕਦਾ ਜੇ ਉਹ ਆਪਦੀ ਮੱਤ, ਆਪਦੀ ਸਿਆਣਪ ਵਰਤੇਗਾ। ਇਹੋ ਕਾਰਨ ਹੈ ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ। ਜੀਵ ਗੁਰਬਾਣੀ ਵੀ ਪੜ੍ਹਦਾ, ਗੁਰਬਾਣੀ ਪੜ੍ਹਦੇ ਵੀ ਉਹਦਾ ਮਨ ਨਹੀਂ ਟਿਕਦਾ। ਜੀਵ ਗੁਰੂ ਘਰ ਵੀ ਆਉਂਦਾ, ਸੇਵਾ ਵੀ ਕਰਦਾ, ਤਾਂ ਵੀ ਉਹਦਾ ਮਨ ਨਹੀਂ ਟਿਕਦਾ। ਕਿਸੇ ਨੂੰ ਤੁਸੀਂ ਪੁੱਛੋ ਸਾਰੀ ਉਮਰ ਬੀਤ ਗਈ ਗੁਰਬਾਣੀ ਪੜ੍ਹਦੇ ਹਨ, ਉਹਨਾਂ ਨੂੰ ਪੁੱਛਿਆ ਕਰੋ ਵੀ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੁਹਾਡਾ ਮਨ ਟਿਕਦਾ? ਤੇ ਉਹਨਾਂ ਨੇ ਆਪ ਹੀ ਕਹਿਣਾ ਮਨ ਤਾਂ ਟਿਕਦਾ ਨਹੀਂ। ਮਨ ਦੇ ਵਿੱਚ ਤਾਂ ਇੰਨੀਆਂ ਸੋਚਾਂ, ਇੰਨੇ ਵਿਚਾਰ ਚੱਲਦੇ ਨੇ ਤੇ ਉਹ ਪਤਾ ਵੀ ਨਹੀਂ ਲੱਗਦਾ ਵੀ ਪਾਠ ਕਦੋਂ ਹੋ ਗਿਆ, ਕਿਹੜੇ ਵੇਲੇ ਕਰ ਲਏ। ਉਹ ਮਨ ਤਾਂ ਰੁਕਦਾ ਹੀ ਨਹੀਂ, ਮਨ ਤਾਂ ਉਹ ਵਿਚਾਰਾਂ 'ਚ ਹੀ, ਫੁਰਨੀਆਂ 'ਚ ਹੀ ਭੱਜਾ ਫਿਰਦਾ। ਹੁਣ ਫਿਰ ਅਸੀਂ ਇਹ ਸੋਚਦੇ ਵੀ ਨਹੀਂ, ਇਹਦੇ 'ਤੇ ਵਿਚਾਰ ਵੀ ਨਹੀਂ ਕਰਦੇ ਵੀ ਇੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦਿਆਂ ਨੂੰ ਵੀ ਮਨ ਰੁਕਦਾ ਕਿਉਂ ਨਹੀਂ, ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਟਿਕਦਾ, ਕਾਹਤੋਂ ਨਹੀਂ ਰੁਕ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇਹਦੇ 'ਤੇ ਵਿਚਾਰ ਜੇ ਅਸੀਂ ਕਰਾਂਗੇ ਤੇ ਫੇਰ ਹੀ ਰੁਕੇਗਾ। ਤੇ ਆਮ ਜੀਵ ਇਹਦੇ 'ਤੇ ਵਿਚਾਰ ਵੀ ਨਹੀਂ ਕਰਦਾ ਕਿਉਂਕਿ ਉਹ ਇੰਨਾ ਮੌਕਾ ਹੀ ਨਹੀਂ ਉਹਨੂੰ ਮਿਲਦਾ ਵਿਚਾਰ ਕਰਨ ਦਾ। ਉਹਦਾ ਮਨ ਥੋੜ੍ਹਾ ਜਿਹਾ ਵਿਚਾਰਾਂ ਤੋਂ ਰਹਿਤ ਹੋਵੇ ਤੇ ਫੇਰ ਹੀ ਉਹ ਇਹਦੇ ਬਾਰੇ ਵਿਚਾਰ ਕਰੇ। ਉਹ ਵਿਚਾਰ ਵੀ ਨਹੀਂ ਕਰਦਾ, ਮੇਰਾ ਮਨ ਨਹੀਂ ਰੁਕ ਰਿਹਾ, ਮੇਰਾ ਮਨ ਨਹੀਂ ਟਿਕਦਾ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਮਨ ਤਾਂ ਨਹੀਂ ਟਿਕਦਾ ਕਿਉਂਕਿ ਜੀਵ ਗੁਰੂ ਦੀ ਮੱਤ ਨਹੀਂ ਲੈਂਦਾ, ਆਪਦੀ ਮੱਤ ਦੁਆਰਾ ਕਰਦਾ ਹੈ। ਗੁਰਬਾਣੀ ਵੀ ਆਪਦੀ ਮੱਤ ਦੁਆਰਾ ਪੜ੍ਹੀ ਜਾ ਰਹੀ ਹੈ ਤੇ ਪੜ੍ਹਦੇ ਹੋ ਤਾਂ ਕਰਕੇ ਟਿਕਦਾ ਹੀ ਨਹੀਂ। ਫਿਰ ਸਗੋਂ ਤੇ ਹੋਰ ਅੰਦਰ ਹਉਮੈ ਹੰਕਾਰ ਪੈਦਾ ਕਰ ਲੈਂਦਾ ਵੀ ਮੈਂ ਇੰਨੀ ਬਾਣੀ ਪੜ੍ਹਦਾ। ਜਿਹੜਾ ਨਹੀਂ ਪੜ੍ਹਦਾ ਉਹਦੀ ਨਿੰਦਿਆ ਸ਼ੁਰੂ ਕਰ ਦਿੰਦਾ ਵੀ ਇਹ ਪੜ੍ਹਦਾ ਹੀ ਨਹੀਂ ਸੀ। ਮੈਂ ਇੰਨਾ ਗੁਰੂ ਘਰ ਜਾਂਦਾ ਤੇ ਇਹ ਜਾਂਦਾ ਹੀ ਨਹੀਂ। ਤੇ ਭਰਮ ਕੀ ਪਾ ਲੈਂਦਾ ਬਈ ਮੈਂ ਸਿਆਣਾ, ਇਹ ਦੂਸਰਾ ਮੂਰਖ। ਤੇ ਭਰਮ ਕੀ ਪੈਦਾ ਕਰ ਲਿਆ ਵੀ ਮੈਂ ਗੁਰਮੁਖ ਹਾਂ, ਇਹ ਮਨਮੁਖ। ਤੇ ਜਦੋਂ ਅਸੀਂ ਗੁਰਬਾਣੀ ਗੁਰੂ ਤੋਂ ਪੁੱਛਦੇ ਵੀ ਇਹ ਸਾਡੀ ਵਿਚਾਰਧਾਰਾ ਠੀਕ ਹੈ, ਵੀ ਜਿਹੜੇ ਗੁਰਬਾਣੀ ਪੜ੍ਹਦੇ ਉਹ ਸਾਰੇ ਗੁਰਮੁਖ ਨੇ ਤੇ ਜਿਹੜੇ ਨਹੀਂ ਪੜ੍ਹਦੇ ਉਹ ਮਨਮੁਖ ਨੇ। ਜਾਂ ਜਿਹੜੇ ਅਸੀਂ ਗੁਰਦੁਆਰੇ ਆਉਂਦੇ ਹਾਂ ਵੀ ਅਸੀਂ ਗੁਰਮੁਖ ਹਾਂ, ਜਿਹੜੇ ਨਹੀਂ ਆਉਂਦੇ ਉਹ ਮਨਮੁਖ ਨੇ। ਤੇ ਗੁਰਬਾਣੀ ਗੁਰੂ ਸਾਨੂੰ ਦੱਸਦੇ ਵੀ ਗੁਰਬਾਣੀ ਨੂੰ ਤਾਂ ਮਨਮੁਖ ਵੀ ਪੜ੍ਹਦੇ ਨੇ, ਪਰ ਉਹਨਾਂ ਦੀ ਨਿਸ਼ਾਨੀ ਕੀ ਹੈ ਪੜ੍ਹਨ ਦੀ? ਵੀ ਜਦੋਂ ਪੜ੍ਹਦੇ ਪਤਾ ਕਿਵੇਂ ਲੱਗਦਾ ਵੀ ਇਹ ਗੁਰਮੁਖ ਪੜ੍ਹ ਰਿਹਾ ਕਿ ਮਨਮੁਖ ਪੜ੍ਹ ਰਹੇ? ਉਹ ਫਿਰ ਸਾਨੂੰ ਗੁਰਬਾਣੀ 'ਚ ਪਹਿਚਾਣ ਦੱਸੀ ਉਹਨਾਂ ਦੀ। ਮਹਾਰਾਜ ਕਹਿੰਦੇ ਜਦੋਂ ਮਨਮੁਖ ਗੁਰਬਾਣੀ ਨੂੰ ਪੜ੍ਹਦਾ ਆਪਦੀ ਮੱਤ ਵਰਤਦਾ ਕਰਕੇ ਗੁਰਬਾਣੀ ਪੜ੍ਹਦੇ ਵੀ ਉਹਦੇ ਵਿਚਾਰ ਨਹੀਂ ਰੁਕਦੇ, ਉਹਦੇ ਫੁਰਨੇ ਨਹੀਂ ਰੁਕਦੇ, ਉਹਦਾ ਮਨ ਨਹੀਂ ਟਿਕਦਾ ਇੱਕ ਥਾਂ 'ਤੇ। ਉਹਦਾ ਮਨ ਵਿਚਾਰਾਂ 'ਚ ਬਾਹਰ ਹੀ ਫੁਰਨਿਆਂ 'ਚ ਹੀ ਭੱਜਾ ਫਿਰਦਾ ਹੈ। ਉਹ ਸਮਾਂ ਬੰਨ੍ਹ ਲੈਂਦਾ ਹੈ ਆਪਦੀ ਮੱਤ ਦੁਆਰਾ ਬਈ ਮੈਂ ਸਵੇਰੇ ਪੜ੍ਹਨਾ
ਦੁਪਹਿਰੇ ਪੜ੍ਹਨਾ, ਸ਼ਾਮ ਨੂੰ ਪੜ੍ਹਨਾ, ਰਾਤ ਨੂੰ ਪੜ੍ਹਨਾ। ਸੰਧਿਆ ਤਾਂ ਕਰਦਾ ਪਰ ਉਹਦਾ ਮਨ ਨਹੀਂ ਟਿਕਦਾ। ਮਾਰੇ ਫਰਮਾਉਂਦੇ ਨਾਨਕ ਸੰਧਿਆ ਕਰੇ ਮਨ ਮੁਖੀ, ਜੀਓ ਨਾ ਟਿਕੇ ਮਰ ਜੰਮੇ ਹੋਏ ਖਵਾਰ। ਸਤਿਗੁਰੂ ਕਹਿੰਦੇ ਵੀ ਪੜ੍ਹਦਾ ਮਨਮੁਖ ਵੀ ਪਰ ਉਹਦਾ ਮਨ ਨਹੀਂ ਟਿਕਦਾ। ਸੰਧਿਆ ਉਹ ਵੀ ਕਰਦਾ ਪਰ ਉਹਦਾ ਮਨ ਨਹੀਂ ਟਿਕਦਾ। ਪੜ੍ਹਦਾ ਉਹ ਵੀ ਹੈ ਪਰ ਉਹਨੂੰ ਵਿਧੀ ਨਹੀਂ ਆਉਂਦੀ ਪੜ੍ਹਨ ਦੀ, ਤਰੀਕਾ ਨਹੀਂ, ਉਹਨੇ ਗੁਰੂ ਦੀ ਮੱਤ ਨਹੀਂ ਲਈ। ਜਿਸ ਨਾਮ ਦੀ ਸਤਿਗੁਰੂ ਵਡਿਆਈ ਕਰਦੇ ਉਹ ਨਾਮ ਦਾ ਭੇਤ ਨਹੀਂ, ਉਸ ਨੂੰ ਨਾਮ ਨੂੰ ਬੁੱਝਦਾ ਨਹੀਂ ਹੈ। ਇਸ ਕਰਕੇ ਪੜ੍ਹਦਾ ਹੋਇਆ ਵੀ ਭਰਮ ਦੇ ਵਿੱਚ, ਪੜ੍ਹਦੇ ਹੋਏ ਵੀ ਉਹਦਾ ਮਨ ਨਹੀਂ ਟਿਕਦਾ। ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਪੜ੍ਹੇ ਮਨ ਮੁਖ ਪਰ ਵਿਦ ਨਹੀਂ ਜਾਨਾ, ਨਾਮ ਨਾ ਬੂਝੇ ਭਰਮ ਭੁਲਾਨਾ। ਪੜ੍ਹਦਾ ਤਾਂ ਮਨਮੁਖ ਵੀ ਹੈ ਪਰ ਉਹਨੂੰ ਵਿਧੀ ਨਹੀਂ, ਪੜ੍ਹਨ ਦੀ ਤਰੀਕਾ ਨਹੀਂ, ਉਹਨੇ ਗੁਰੂ ਦੀ ਮੱਤ ਨਹੀਂ ਲਈ। ਜੇ ਹੁਣ ਅਸੀਂ ਗੁਰੂ ਦੀ ਮੱਤ ਨਹੀਂ ਲਈ ਤੇ ਇਹ ਨਿਸ਼ਾਨੀ ਹੈ। ਗੁਰਬਾਣੀ ਪੜ੍ਹਦੇ ਵੀ ਸਾਡਾ ਮਨ ਨਹੀਂ ਰੁਕੇਗਾ, ਸਾਡਾ ਮਨ ਨਹੀਂ ਟਿਕੇਗਾ। ਜਿਹਨੇ ਸਤ ਸੰਗਤ ਨਹੀਂ ਕੀਤੀ, ਗੁਰੂ ਦੀ ਸ਼ਰਨ 'ਚ ਨਹੀਂ ਆਇਆ, ਗੁਰੂ ਦੀ ਮੱਤ ਨਹੀਂ ਅਖਤਿਆਰ ਕੀਤੀ, ਉਹਦਾ ਪੜ੍ਹਦੇ ਹੋਏ ਵੀ ਮਨ ਨਹੀਂ ਟਿਕਦਾ। ਸਗੋਂ ਤੇ ਉਹਦੇ ਅੰਦਰ ਹੋਰ ਹਉਮੈ, ਹੋਰ ਹੰਕਾਰ ਵੱਧ ਜਾਣ। ਸੋ ਇਸ ਵਾਸਤੇ ਫਿਰ ਸਾਨੂੰ ਸਤਿਗੁਰੂ ਕਹਿੰਦੇ ਵੀ ਇਹ ਸਾਡੀ ਆਪਣੀ ਮੱਤ, ਸਾਡੀ ਆਪਣੀ ਸਿਆਣਪ। ਤਾਂਹੀਓ ਪੜ੍ਹਦੇ ਵੀ ਜੀਵ ਦੁਖੀ ਨੇ। ਹੁਣ ਜੇ ਅਸੀਂ ਇਹ ਸੋਚਦੇ ਨਹੀਂ ਵੀ ਜਦੋਂ ਜੀਵ ਆਪਦੇ ਆਪ ਨੂੰ ਸਮਝਦਾ ਵੀ ਮੈਂ ਸਿਆਣਾ, ਮੈਂ ਬਾਣੀ ਪੜ੍ਹਦਾ, ਮੈਂ ਸੇਵਾ ਕਰਦਾ, ਤੇ ਫਿਰ ਉਹ ਦੁਖੀ ਕਾਹਤੋਂ? ਉਹਦਾ ਮਨ ਹੈ ਸ਼ਾਂਤ ਕਿਉਂ ਹੈ? ਉਹਦਾ ਮਨ ਤਾਂ ਫਿਰ ਸੁਖੀ ਹੋ ਜਾਣਾ ਚਾਹੀਦਾ। ਜਿਹੜਾ ਨਹੀਂ ਪੜ੍ਹਦਾ ਜਾਂ ਨਹੀਂ ਸੇਵਾ ਕਰਦਾ, ਚਲੋ ਉਹ ਤਾਂ ਮੰਨਿਆ ਵੀ ਦੁਖੀ। ਕਿਉਂ? ਕਿਉਂਕਿ ਉਹਨੂੰ ਕਿਹੜਾ ਗਿਆਨ ਹੈ, ਉਹਨੂੰ ਕਿਹੜਾ ਸੋਝੀ, ਉਹਨੂੰ ਕਿਹੜਾ ਪਤਾ ਹੈ। ਤੇ ਜਿਹਨੂੰ ਇਹ ਭਰਮ ਪੈ ਗਿਆ ਵੀ ਮੈਂ ਗੁਰਮੁਖ ਹਾਂ, ਤੇ ਜੇ ਉਹ ਵੀ ਦੁਖੀ ਹੈ ਤੇ ਫਿਰ ਤਾਂ ਉਹਦੀ ਸਿਆਣਪ ਉਹੀ ਉਹਦੇ ਲਈ ਦੁੱਖ ਦਾ ਕਾਰਨ ਹੈ, ਕਿਉਂਕਿ ਉਹਨੂੰ ਭਰਮ ਪੈ ਗਿਆ। ਫਰਕ ਦੋਵਾਂ 'ਚ ਕੁਛ ਵੀ ਨਹੀਂ ਹੈ। ਉਹ ਵੀ ਜੀਵ ਦੁਖੀ ਹੈ ਜਿਹੜਾ ਨਹੀਂ ਪੜ੍ਹਦਾ, ਤੇ ਜਿਹੜਾ ਪੜ੍ਹ ਰਿਹਾ ਉਹ ਵੀ ਦੁਖੀ ਹੈ। ਤੇ ਅੰਤਰ ਕੀ ਹੋਇਆ? ਫਰਕ ਕੀ ਹੋਇਆ? ਸੋ ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਇਹ ਸਮਝਾਉਂਦੇ, ਸਾਨੂੰ ਭੇਜ ਦਿੰਦੇ ਵੀ ਦੁੱਖ ਦਾ ਕਾਰਨ ਹੈ ਆਪਦੀ ਮੱਤ। ਵੀ ਜਿਹੜਾ ਜੀਵ ਨਹੀਂ ਕਰਦਾ ਉਹ ਵੀ ਆਪਦੀ ਮੱਤ ਦੁਆਰਾ ਚੱਲ ਰਿਹਾ, ਤੇ ਜਿਹੜਾ ਜੀਵ ਕਰ ਰਿਹਾ ਜੇ ਉਹ ਵੀ ਆਪਦੀ ਮੱਤ ਦੁਆਰਾ ਕਰ ਰਿਹਾ, ਤੇ ਤਾਂਹੀਓ ਉਹ ਵੀ ਦੁਖੀ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਦੀ ਸਿਆਣਪ ਛੱਡ ਕੇ ਅਸੀਂ ਜੇ ਗੁਰੂ ਦੀ ਮੱਤ ਦੁਆਰਾ ਇਹ ਸਿਮਰਨ ਕਰਨਾ ਸ਼ੁਰੂ ਕਰੀਏ, ਤੇ ਫਿਰ ਸਾਡੇ ਦੁੱਖ ਭਰਮ ਇਹ ਸਭ ਖਤਮ ਹੋ ਸਕਦੇ ਨੇ। ਤਾਂਹੀਓ ਮਹਾਰਾਜ ਫਰਮਾਉਂਦੇ ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਏ, ਏਕ ਆਸ ਹਰਿ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਕਿ ਜੇ ਅਸੀਂ ਆਪਦੀ ਸਿਆਣਪ ਤੱਜ ਦਈਏ, ਆਪਦੀ ਮੱਤ ਛੱਡ ਦਈਏ, ਤੇ ਕੀ ਕਰੀਏ? ਸਿਮਰਨ ਕਰਨਾ ਸ਼ੁਰੂ ਕਰ ਦਈਏ, ਤੇ ਸਾਡੇ ਦੁੱਖ ਭਰਮ ਇਹ ਸਭ ਮਿਟ ਜਾਣ, ਸਾਡਾ ਮਨ ਸੁਖੀ ਹੋ ਜਾਏ, ਸਾਡਾ ਮਨ ਆਨੰਦ ਅਵਸਥਾ 'ਚ ਆ ਜਾਏ। ਤੇ ਜਦੋਂ ਅਸੀਂ ਸਿਆਣਪ ਵਰਤਦੇ ਹਾਂ ਤਾਂਹੀਓ ਅਸੀਂ ਦੁਖੀ ਹਾਂ। ਇਹੋ ਅਵਸਥਾ ਕਰਕੇ ਜੀਵਾਂ ਦੀ ਤਾਂਹੀਓ ਮਹਾਰਾਜ ਨੇ ਆਖਿਆ ਨਾਨਕ ਦੁਖੀਆ ਸਭ ਸੰਸਾਰ। ਬਈ ਇਹ ਸਾਰਾ ਸੰਸਾਰ ਦੁਖੀ ਹੈ। ਦੁਖੀ ਕਾਹਤੋਂ ਨਹੀਂ? ਵੀ ਇਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ, ਇਹਨਾਂ ਨੇ ਸਤ ਸੰਗਤ ਨਹੀਂ ਕੀਤੀ, ਇਹਨਾਂ ਨੇ ਆਪਦੀ ਸਿਆਣਪ ਨਹੀਂ ਛੱਡੀ, ਤਾਂ ਦੁਖੀ ਨੇ।
ਹੁਣ ਇਸ ਵਾਸਤੇ ਫਿਰ ਆਪਾਂ ਤਾਈਓ ਇਹ ਦਿਨ ਰਾਤ ਸਿਮਰਨ ਕਰਦੇ ਹਾਂ, ਤਾਈਓ ਕੂਕਦੇ ਹਾਂ ਵੀ ਤਾਂ ਕਿ ਅਸੀਂ ਆਪਦੀ ਸਿਆਣਪ ਛੱਡ ਦਈਏ। ਹੁਣ ਦੇਖੋ ਇਹ ਗੱਲ ਸੰਸਾਰ ਦੇ ਨਾਲੋਂ ਸਾਰੀ ਉਲਟ। ਸੰਸਾਰ ਕਹਿੰਦਾ ਸਿਆਣਾ ਹੀ ਬਣੋ ਅਤੇ ਮਹਾਰਾਜ ਕਹਿੰਦੇ ਸਿਆਣਪ ਛੱਡੋ। ਤਾਈਓ ਭਗਤਾਂ ਅਤੇ ਸੰਸਾਰੀਆਂ ਦਾ ਆਪਸ ਵਿੱਚ ਮੇਲ ਨਹੀਂ ਆਉਂਦਾ, ਜੋੜ ਨਹੀਂ ਆਉਂਦਾ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਿਉਂਕਿ ਸੰਸਾਰ ਦਾ ਖੇਲ ਸਾਰਾ ਹੀ ਉਲਟ ਚੱਲਦਾ ਹੈ ਅਤੇ ਗੁਰਬਾਣੀ 'ਚ ਆਪਾਂ ਨੂੰ ਸਿੱਧਾ ਦੱਸਿਆ ਹੋਇਆ ਸੰਸਾਰ ਨਾਲੋਂ ਮਤਲਬ ਅਸੀਂ ਉਲਟ ਚੱਲਣਾ। ਤਾਈਓ ਜਦੋਂ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਜਿਵੇਂ ਭਗਤ ਚੱਲੇ, ਸਭ ਤੋਂ ਪਹਿਲਾਂ ਸਾਡੇ ਪਰਿਵਾਰ ਦੇ ਮੈਂਬਰ ਹੀ ਸਾਡੇ ਉਲਟ ਹੋ ਜਾਂਦੇ। ਹੋਰਾਂ ਨੇ ਤਾਂ ਹੋਣਾ ਹੀ ਹੋਣਾ, ਉਹ ਤਾਂ ਬਾਅਦ 'ਚੋਂ ਹੋਣਗੇ, ਪਹਿਲਾਂ ਪਰਿਵਾਰ ਦੇ ਮੈਂਬਰ ਹੀ ਉਲਟ ਹੋਣਗੇ। ਅਤੇ ਆਪਣੇ ਨਾਲ ਨਹੀਂ, ਇਹ ਸ਼ੁਰੂ ਤੋਂ ਇੱਦਾਂ ਹੀ ਚੱਲਦਾ ਹੈ। ਭਗਤਾਂ ਦੇ ਨਾਲ ਵੀ ਇੱਦਾਂ ਹੀ ਹੋਇਆ। ਤਾਈਓ ਉਹਨਾਂ ਨੇ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਆਪਦਾ ਜੀਵਨ ਵੀ, ਤਾਂ ਕਿ ਉਹਨਾਂ ਦੀ ਆਪਦੀ ਹੱਡ ਬੀਤੀ, ਉਹਨਾਂ ਦਾ ਆਪਦੇ ਜੀਵਨ ਦਾ ਆਪਦਾ ਅਨੁਭਵ ਵੀ, ਤਾਂ ਕਿ ਜਦੋਂ ਅਸੀਂ ਵੀ ਇਹ ਮਾਰਗ 'ਤੇ ਚੱਲਾਂਗੇ, ਜੋ ਉਹਨਾਂ ਦੇ ਨਾਲ ਹੋਇਆ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਇੱਦਾਂ ਇੱਦਾਂ ਖੇਲ ਚੱਲਦਾ, ਇੱਦਾਂ ਹੁੰਦਾ ਵੀ, ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਸਾਡਾ ਮਾਰਗ ਸਹੀ ਹੈ, ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਰਹੇ ਹਾਂ। ਅਤੇ ਉਹ ਫਿਰ ਆਪਾਂ ਨੂੰ ਨਿਸ਼ਾਨੀਆਂ ਦੱਸੀ ਜਾਂਦੇ, ਅਤੇ ਉਵੇਂ ਹੀ ਫਿਰ ਆਪਾਂ ਨੂੰ ਪਤਾ ਲੱਗਦਾ ਜਾਂਦਾ ਜਦੋਂ ਆਪਾਂ ਦੇਖਦੇ ਹਾਂ। ਜਿਵੇਂ ਬਾਬਾ ਕਬੀਰ ਜੀ ਜਦੋਂ ਉਹਨਾਂ ਨੇ ਸਿਮਰਨ ਕਰਨਾ ਸ਼ੁਰੂ ਕੀਤਾ, ਰਾਮ ਰਾਮ ਜਪਦੇ ਸੀ, ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਮਾਤਾ ਜੀ ਸੀ ਉਹੀ ਉਹਨਾਂ ਦੇ ਖਿਲਾਫ ਹੋ ਗਏ, ਉਹੀ ਉਲਟ ਹੋ ਗਏ। ਉਹ ਰਾਮ ਰਾਮ ਜਪਦੇ ਨੇ ਅਤੇ ਉਹ ਉਹਨਾਂ ਨੂੰ ਮਾੜੇ ਸ਼ਬਦ ਬੋਲਦੇ ਨੇ, ਮਾੜੇ ਵਚਨ ਬੋਲਦੇ ਨੇ। ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਉਹਨਾਂ ਦੇ ਮਾਤਾ ਜੀ ਕਹਿੰਦੇ ਨੇ ਬਈ ਇਹ ਸਵੇਰੇ ਉੱਠਦਾ ਹੈ, ਪਾਣੀ ਦੀ ਗਾਗਰ ਭਰ ਕੇ ਲਿਆਉਂਦਾ, ਛਿੜਕਾਅ ਕਰਦਾ ਹੈ ਅਤੇ ਉੱਥੇ ਸਾਫ ਸਫਾਈਆ ਕਰਕੇ ਵੀ ਜਿਉਂ ਬੈਠਦੇ ਅਤੇ ਰਾਮ ਰਾਮ ਜਪੀ ਜਾਂਦੇ। ਜਦੋਂ ਤੋਂ ਇਹਨੇ ਜਪਣਾ ਸ਼ੁਰੂ ਕੀਤਾ ਹੈ, ਸਾਡੇ ਘਰ ਦਾ ਸੁੱਖ ਚੈਨ ਹੀ ਚਲਾ ਗਿਆ। ਇਹ ਉਹੋ ਜਿਹਾ ਮਰ ਕਿਉਂ ਨਹੀਂ ਜਾਂਦਾ ਵੀ ਸਾਡੀ ਕੁੱਲ ਦੇ ਵਿੱਚ ਤਾਂ ਕਿਸੇ ਨੇ ਰਾਮ ਰਾਮ ਜਪਿਆ ਹੀ ਨਹੀਂ, ਸਾਡੇ ਤਾਂ ਕਿਸੇ ਨੇ ਇਹ ਸਿਮਰਨ ਕੀਤਾ ਹੀ ਨਹੀਂ। ਇਹ ਪਤਾ ਨਹੀਂ ਕਿੱਦਾਂ ਦਾ ਨਪੁੱਤਾ ਜੰਮ ਪਿਆ ਜਿਹੜਾ ਇਹ ਸਿਮਰਨ ਕਰਨੋਂ ਹਟਦਾ ਹੀ ਨਹੀਂ ਹੈ। ਉਵੇਂ ਹੀ ਫਿਰ ਗੁਰਬਾਣੀ 'ਚ ਉਹਨਾਂ ਨੇ ਦੱਸਿਆ, ਮਾਰੇ ਕਹਿੰਦੇ ਨਿੱਤ ਉੱਠ ਕੋਰੀ ਗਾਗਰ ਆਨੇ ਲੀਪਤ ਜੀਓ ਗਇਓ, ਤਾਨਾ ਬਾਨਾ ਕਛੁ ਨ ਸੂਝੇ ਹਰ ਹਰ ਰਸ ਲਪਟਿਓ, ਹਮਾਰੀ ਕੁਲ ਮੇਂ ਕੋਈ ਨੇ ਰਾਮ ਕਿਹੋ, ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਦੇਓ। ਇਹ ਵਚਨ ਉਹਨਾਂ ਦੇ ਮਾਤਾ ਜੀ ਦੇ ਨੇ। ਉਹ ਕਹਿੰਦੇ ਵੀ ਜਦੋਂ ਤੋਂ ਇਹਨੇ ਰਾਮ ਰਾਮ ਕਰਨਾ ਸ਼ੁਰੂ ਕੀਤਾ, ਸਾਡੇ ਤੇ ਘਰ ਦਾ ਸੁੱਖ ਹੀ ਚਲਾ ਗਿਆ। ਤਾਣਾ ਬੁਣਨਾ ਵੀ ਛੱਡ, ਕੰਮ ਵੀ ਛੱਡ ਦਿੱਤਾ। ਅਤੇ ਫਿਰ ਆਪਦੇ ਅੱਗੇ ਦੱਸਦੀ, ਸੁਣੋ ਜਠਾਣੀ ਸੁਣੋ ਦਰਾਣੀ ਅਚਰਜ ਕਪਿਓ, ਸਾਧ ਸੂ ਤੇ ਮੁੰਡਿਆ ਕੋਈ ਮੁੰਡਿਆ ਕਿਉਂ ਨਾ ਮੋਇਓ। ਉਹ ਆਪਦੀਆਂ ਦਰਾਣੀਆਂ ਜਠਾਣੀਆਂ ਨੂੰ ਕਹਿੰਦੀ, ਸੁਣੋ ਜਠਾਣੀ ਸੁਣੋ ਦਰਾਣੀ, ਵੀ ਇਹ ਜਿਹੜਾ ਮੁੰਡਾ ਵੀ ਇਹੋ ਜਿਹਾ ਮਰ ਕਿਉਂ ਨਹੀਂ ਜਾਂਦਾ, ਵੀ ਇਹ ਤਾਂ ਪਤਾ ਨਹੀਂ ਕਿੱਦਾਂ ਦਾ ਲੱਗਿਆ ਸਿਮਰਨ ਕਰਨ। ਸੋ ਇਸੇ ਤਰ੍ਹਾਂ ਹੀ ਜਿਵੇਂ ਉਹਨਾਂ ਦੇ ਨਾਲ ਬੀਤੀ, ਉਵੇਂ ਜਦੋਂ ਆਪਾਂ ਵੀ ਸਿਮਰਨ ਕਰਨਾ ਸ਼ੁਰੂ ਕਰਦੇ, ਪਹਿਲਾਂ ਪਰਿਵਾਰ ਦੇ ਮੈਂਬਰ ਹੀ ਉਲਟ ਹੋ ਜਾਂਦੇ। ਅਤੇ ਆਪਾਂ ਜਦੋਂ ਫਿਰ ਨਹੀਂ ਹਟਦੇ, ਆਪਦਾ ਆਪਾਂ ਕੀਤੀ ਜਾਂਦੇ, ਫਿਰ ਹੋਰ ਸੰਸਾਰ ਦੇ ਜੀਵ ਉਹ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਵੀ ਇਹ ਤਾਂ ਜੀ ਪਖੰਡ ਕਰਦੇ ਨੇ, ਇਹ ਕੋਈ ਗੱਲਬਾਤ ਨਹੀਂ, ਇਹ ਤਾਂ ਐਵੇਂ ਹੀ ਇਹਨਾਂ ਨੇ ਆਪਦਾ ਇਹ ਲਾਇਆ ਹੋਇਆ ਤਾਂ ਟੋਟਾ ਰੱਟਣ। ਸੋ ਜਾਣੀ ਦੀ ਫਿਰ ਉਹ ਜੀਵ
ਨਾ ਭੇਤ ਨਾ ਸੋਝੀ ਹੋਣ ਕਰਕੇ ਵੀ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਅਤੇ ਆਪਾਂ ਨੂੰ ਫਿਰ ਸਤਿਗੁਰੂ ਨਾਲ ਨਾਲ ਗਿਆਨ ਦਿੰਦੇ ਬਈ ਤੁਸੀਂ ਆਪਦਾ ਸਿਮਰ ਨਹੀਂ ਛੱਡਣਾ, ਤੁਸੀਂ ਆਪਦਾ ਗੁਣ ਨਹੀਂ ਗਵਾਉਣਾ। ਚਾਹੇ ਕੋਈ ਤੁਹਾਡੀ ਨਿੰਦਿਆ ਕਰੇ, ਕੋਈ ਉਸਤਤ ਕਰੇ, ਕੋਈ ਮਾੜਾ ਆਖੇ, ਕੋਈ ਚੰਗਾ ਆਖੇ, ਆਪਾਂ ਆਪਦਾ ਜਿਹੜਾ ਸਿਮਰਨ ਅਭਿਆਸ ਕਰਦੇ ਰਹਿਣਾ। ਮਾਰੇ ਫਰਮਾਉਂਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਅਤੇ ਆਪਾਂ ਫਿਰ ਜਦੋਂ ਇਹ ਸਿਮਰਨ ਨਹੀਂ ਛੱਡਦੇ, ਆਪਾਂ ਸਿਮਰਨ ਕਰਾਂਗੇ। ਜਿਹੜੇ ਜੀਵ ਭਾਗਾਂ ਤੋਂ ਹੀਣੇ ਹੋ ਚੁੱਕੇ ਉਹਨਾਂ ਨੂੰ ਗੁੱਸਾ ਚੜ੍ਹੇਗਾ, ਉਹਨਾਂ ਨੂੰ ਕ੍ਰੋਧ ਚੜ੍ਹੇਗਾ ਵੀ ਇਹ ਕਾਹਤੋਂ ਕਰਦੇ। ਤੁਸੀਂ ਉਹਨਾਂ ਨੂੰ ਵੀ ਆਖੋਗੇ ਵੀ ਸਿਮਰਨ ਕਰ ਲਓ ਅਤੇ ਉਹ ਤੁਹਾਨੂੰ ਵੀ ਕਹਿਣਗੇ ਵੀ ਤੁਸੀਂ ਵੀ ਨਾ ਕਰੋ, ਤੁਸੀਂ ਵੀ ਕਾਹਤੋਂ ਕਰਦੇ। ਫਿਰ ਗੁਰਬਾਣੀ 'ਚ ਉਹਨਾਂ ਨੂੰ ਕਾਂ ਦੇ ਨਿਆਈ ਕਹਿ ਦਿੱਤਾ ਵੀ ਜਿਵੇਂ ਕਾਂ ਦੀ ਖੁਰਾਕ ਗੰਦਗੀ ਹੈ, ਉਹਦਾ ਆਦਤ ਹੈ ਉਹਨੇ ਗੋਹੇ 'ਚ ਚੁੰਝਾਂ ਮਾਰਨੀ, ਗੰਦਗੀ 'ਚ ਮਾਰਨੀ। ਉਹਦੇ ਅੱਗੇ ਅੰਮ੍ਰਿਤ ਦਾ ਪਿਆਲਾ ਰੱਖੀ, ਉਹਦੇ ਨਾਲ ਤ੍ਰਿਪਤੀ ਨਹੀਂ ਹੁੰਦੀ ਕਿਉਂਕਿ ਉਹ ਆਪਦੀ ਗੰਦਗੀ ਖਾਣ ਦਾ। ਹੁਣ ਇਸੇ ਤਰ੍ਹਾਂ ਹੀ ਫਿਰ ਇਹ ਮਨਮੁਖ ਦੀ ਹਾਲਤ ਹੈ। ਤੁਸੀਂ ਉਹਦੇ ਅੱਗੇ ਸਿਮਰਨ ਕਰੋਗੇ, ਉਹਨੂੰ ਗੁੱਸਾ ਚੜ੍ਹੇਗਾ, ਉਹਨੂੰ ਕ੍ਰੋਧ ਚੜ੍ਹੇਗਾ। ਤੁਸੀਂ ਆਖੋਗੇ ਵੀ ਤੁਸੀਂ ਵੀ ਕਰੋ, ਉਹ ਕਹੇਗਾ ਤੁਸੀਂ ਵੀ ਨਾ ਕਰੋ। ਉਹਨੂੰ ਫਿਰ ਕਹਿੰਦੇ ਵੀ ਇਹ ਭਾਗਾਂ ਤੋਂ ਹੀਣਾ ਹੋ ਚੁੱਕੇ, ਜਮਾਂ ਦੇ ਵੱਸ ਚਲਾ ਗਿਆ, ਇਹ ਅੱਗੇ ਜੂਨਾਂ 'ਚ ਜਾਣਾ ਚਾਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨੂੰ ਕਾਂ ਦੇ ਨਿਆਈ ਕਹਿੰਦੇ ਨੇ ਵੀ ਉਹ ਕਾਂ ਦੇ ਨਿਆਈ ਹੋ ਗਿਆ, ਉਹ ਵਿਸ਼ਟਾ ਗੰਦਗੀ ਖਾਣ ਦਾ ਆਦੀ ਹੋ ਗਿਆ, ਵੀ ਉਹਨੂੰ ਸੱਚ ਨਹੀਂ ਭਾਉਂਦਾ ਹੈ। ਜਿੰਨਾ ਅੰਦਰ ਕੂੜ ਵਰਤੇ ਸੱਚ ਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਕੁੜਿਆਰੀ ਰੱਜੇ ਕੂੜ ਜਿਉਂ ਵਿਸ਼ਟਾ ਕਾਗ ਖਾਵੇ। ਬਈ ਉਹਦੀ ਆਦਤ, ਉਹਨੇ ਵਿਸ਼ਟਾ ਗੰਦਗੀ ਖਾਣੀ, ਉਹਨੂੰ ਨਿੰਦਿਆ ਚੁਗਲੀ ਪਿਆਰੀ ਲੱਗਦੀ, ਉਹਨੂੰ ਵੈਰ ਵਿਰੋਧ ਈਰਖਾ ਨਫ਼ਰਤ ਉਹ ਪਿਆਰੀ ਲੱਗਦੀ, ਹਉਮੈ ਹੰਕਾਰ ਉਹ ਚੰਗਾ ਲੱਗਦਾ। ਅਤੇ ਆਪਾਂ ਨੂੰ ਫਿਰ ਨਾਲ ਨਾਲ ਸੋਝੀ ਦਿੰਦੇ ਵੀ ਉਹ ਤਾਂ ਭਾਗਾਂ ਤੋਂ ਹੀਣਾ ਹੋ ਗਿਆ, ਆਪਾਂ ਉਹਦੇ ਔਗਣ ਨਹੀਂ ਦੇਖਣੇ। ਜੇ ਉਹਦੇ ਵਿੱਚ ਕੋਈ ਗੁਣ ਆਪਾਂ ਨੂੰ ਚੰਗਾ ਲੱਗਦਾ ਹੈ, ਉਹ ਗੁਣ ਆਪਾਂ ਦੇਖ ਕੇ ਉਹ ਗੁਣ ਧਾਰਨ ਕਰ ਲੈਣਾ, ਉਹਦੇ ਔਗਣਾਂ ਨੂੰ ਛੱਡੀ ਜਾਣਾ। ਵੀ ਹੋ ਸਕਦਾ ਉਹ ਵੀ ਕਦੇ ਸਤ ਸੰਗਤ ਦੇ ਵਿੱਚ ਆਵੇ, ਅਤੇ ਜਦੋਂ ਸਤ ਸੰਗਤ 'ਚ ਆ ਗਿਆ, ਸਤ ਸੰਗਤ ਦੀ ਇਹ ਵਡਿਆਈ ਹੈ ਵੀ ਸਤ ਸੰਗਤ ਨੂੰ ਸਤ ਸਰ ਸਰੋਵਰ ਦਾ ਨਾਮ ਦਿੱਤਾ, ਜਿਹਦੇ ਵਿੱਚ ਕਾਂ ਵੀ ਕਾਂ ਤੋਂ ਹੰਸ ਬਣ ਸਕਦਾ। ਗੁਰਬਾਣੀ ਗੁਰੂ ਨੂੰ ਅੰਮ੍ਰਿਤਸਰ ਦਾ ਨਾਮ ਦਿੱਤਾ, ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ। ਅਤੇ ਮਹਾਰਾਜ ਫਰਮਾਉਂਦੇ ਅੰਮ੍ਰਿਤਸਰ ਸਤਿਗੁਰ ਸੱਤੇਵਾਦੀ, ਜਿਤ ਨਾਤੇ ਕਊਆ ਹੰਸ ਹੋਏ। ਬਈ ਜਿਹਦੇ ਵਿੱਚ ਇਸ਼ਨਾਨ ਕਰਕੇ ਸਤ ਸੰਗਤ ਸਰੋਵਰ ਦੇ ਵਿੱਚ ਕਾਂ ਤੋਂ ਵੀ ਜੀਵ ਵਾਪਸ ਫਿਰ ਹੰਸ ਬਣ ਸਕਦਾ, ਮਨਮੁਖ ਤੋਂ ਵੀ ਫਿਰ ਗੁਰਮੁਖ ਬਣ ਸਕਦਾ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਜਿਹੜਾ ਸਾਡਾ ਮਨ ਪਹਿਲਾਂ ਕਾਲਾ ਹੋ ਚੁੱਕਿਆ ਹੁੰਦਾ ਕਾਂ ਦੀ ਨਿਆਈ, ਮਹਾਰਾਜ ਜੋ ਫਰਮਾਉਂਦੇ ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਕਾਲਾ ਹੁਆ ਛਾਉ। ਵੀ ਇਹ ਕਾਂ ਵਾਂਗੂ ਕਾਲਾ ਹੋ ਗਿਆ, ਅਤੇ ਇਹਨੇ ਹੁਣ ਕਿਵੇਂ ਹੰਸ ਬਣਨਾ, ਕਿਵੇਂ ਉਹਨੇ ਕਾਲੇ ਤੋਂ ਚਿੱਟਾ ਹੋਣਾ। ਉਹਦੇ ਵਾਸਤੇ ਫਿਰ ਆਪਾਂ ਨੂੰ ਇਹ ਸਿਮਰਨ ਦੱਸਦੀ ਸੀ। ਜਦੋਂ ਅਸੀਂ ਸਿਮਰਨ ਕਰਾਂਗੇ, ਮਨ ਦਾ ਇਸ਼ਨਾਨ ਹੋਏਗਾ ਅਤੇ ਮਨ ਦੀ ਮੈਲ ਉਤਰ ਜਾਏਗੀ ਅਤੇ ਮਨ ਕਾਂ ਤੋਂ ਫਿਰ ਹੰਸ ਬਣ ਜਾਂਦਾ। ਇਸ ਲਈ ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਈ ਅਰੋਗਾ। ਆਓ ਹੁਣ ਕਿਵੇਂ ਅਸੀਂ ਮਨ ਦੀ ਮੈਲ ਲਾਉਣੀ, ਜੋ ਆਪਾਂ ਨੂੰ ਸਤਿਗੁਰੂ ਇਹ ਸਾਸਗਿਰਾ ਸਿਮਰਨ ਦੱਸਦੇ।
आओ सारे गुरमुख प्यारे करो जी शुरू। वाहिगुरु 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 जी का खालसा वाहिगुरु जी की फतेह। इस तरीके नाल गुरमुख प्यारे जदों भी आपां सिमरन अभ्यास करते हैं, ये सिमरन इसे करके करते हैं भी साडे मन की मैल उतर जे, साडी जिहड़ी सियाणप है, साडी मन की मत है, ये साडी सियाणप खत्म हो जाए, साडी मत खत्म हो जाए।
ਤੇ ਜਿੱਦਾਂ ਸਾਡੀ ਸਿਆਣਪ ਖਤਮ ਹੋਊਗੀ ਤੇ ਫਿਰ ਹੀ ਸਾਨੂੰ ਗੁਰੂ ਤੇ ਸਤਿਗੁਰੂ ਦੀ ਮੱਤ ਆਉਣੀ। ਤਾਈਆਂ ਮਾਰੇ ਸਾਨੂੰ ਫਰਮਾਉਂਦੇ ਆਂਦਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਆਪਾਂ ਨੂੰ ਕਹਿੰਦੇ ਆਮਦਨ ਸਿਮਰਨ ਕਰੋ, ਵੀ ਜੇ ਅਸੀਂ ਚਾਹੁੰਦੇ ਹਾਂ ਗੁਰੂ ਦੀ ਮੱਤ ਲੈਣੀ, ਆਪਦੀ ਮੱਤ ਪਹਿਲਾਂ ਛੱਡਣੀ ਪੈਣੀ, ਉਹਦੇ ਵਾਸਤੇ ਸਿਮਰਨ ਕਰਨਾ ਪੈਣਾ। ਉਹ ਇਸ ਵਾਸਤੇ ਸਿਮਰਨ ਕਰਨ ਦੀ ਵੀ ਵਿਧੀ ਤਰੀਕਾ ਹੈ, ਤੇ ਗੁਰਬਾਣੀ ਗੁਰੂ ਨੂੰ ਵੀ ਪੜ੍ਹਨ ਦਾ ਵਿਧੀ ਤਰੀਕਾ ਜੁਗਤੀ ਹੈ। ਜੇ ਅਸੀਂ ਵਿਧੀ ਦੁਆਰਾ ਜੁਗਤੀ ਦੁਆਰਾ ਪਾਠ ਕਰਾਂਗੇ ਤੇ ਸਾਡਾ ਮਨ ਪਾਸੇ ਨਹੀਂ ਜਾਏਗਾ। ਜੇ ਅਸੀਂ ਉਹ ਵਿਧੀ ਤਰੀਕਾ ਨਹੀਂ ਸਿੱਖਿਆ ਤੇ ਸਾਡਾ ਮਨ ਨਹੀਂ ਟਿਕੇ। ਆਪਾਂ ਨੂੰ ਸਮਝਾਉਂਦੇ ਵੀ ਗੁਰਬਾਣੀ ਗੁਰੂ 1430 ਅੰਗ ਸਾਡੀ ਇਸ ਕਾਇਆ ਦੀ ਅੰਦਰ ਦੀ ਖੋਜ ਕਰਕੇ ਸਾਨੂੰ ਸਾਰਾ ਭੇਦ ਦੱਸਿਆ ਹੋਇਆ ਗੁਰੂ ਸਾਹਿਬਾਨਾਂ ਨੇ ਭਗਤਾਂ। ਤੁਸੀਂ ਗੁਰਬਾਣੀ ਨੂੰ ਜਦੋਂ ਪੜ੍ਹਦੇ ਹੋ ਖੋਜੀ ਬਣ ਕੇ ਪੜ੍ਹੋ, ਵੀ ਤੁਸੀਂ ਆਪਦੇ ਅੰਦਰੋਂ ਕੀ ਖੋਜਣਾ ਚਾਹੁੰਦੇ ਹੋ, ਕੀ ਲੱਭਣਾ ਚਾਹੁੰਦੇ ਹੋ। ਜਦੋਂ ਅਸੀਂ ਗੁਰਬਾਣੀ ਨੂੰ ਖੋਜੀ ਬਣ ਕੇ ਪੜ੍ਹਾਂਗੇ ਵਿਚਾਰਾਂਗੇ ਤੇ ਸਾਡਾ ਮਨ ਨਹੀਂ ਪਾਸੇ ਜਾਏ। ਜੇ ਅਸੀਂ ਖੋਜੀ ਨਹੀਂ ਬਣਾਂਗੇ ਤੇ ਸਾਡਾ ਮਨ ਟਿਕਣਾ। ਸੋ ਇਸ ਵਾਸਤੇ ਗੁਰਬਾਣੀ ਗੁਰੂ ਨੂੰ ਜਦੋਂ ਅਸੀਂ ਪੜ੍ਹਨਾ, ਅਸੀਂ ਖੋਜੀ ਬਣ ਕੇ ਪੜ੍ਹਨਾ, ਵੀ ਅਸੀਂ ਆਪਦੇ ਅੰਦਰ ਦੀ ਖੋਜ ਕਰਨੀ। ਸੋ ਫਿਰ ਸਾਡਾ ਜਿਹੜਾ ਮਨ ਹੈ ਉਹ ਪਾਸੇ ਨਹੀਂ ਜਾਏਗਾ। ਖੋਜ ਆਪਾਂ ਕਰਨੀ ਵੀ ਅਸੀਂ ਲੱਭਣਾ ਆਪਦੇ ਅੰਦਰੋਂ ਨਾਮ ਨੂੰ, ਵੀ ਸਾਡੇ ਅੰਦਰ ਨਾਮ ਕਿੱਥੇ ਹੈ। ਸਾਡਾ ਜਿਹੜਾ ਘਰ ਹੈ 10ਵਾਂ ਦਵਾਰ ਨਿਜ ਮਹਿਲ ਉਹ ਕਿੱਥੇ ਹੈ। ਸਾਡੇ ਅੰਦਰ ਇਸ ਕਾਇਆ ਦੇ ਮਨ ਕਿੱਥੇ ਬੈਠਦਾ ਹੈ। ਧਰਮ ਰਾਏ ਚਿੱਤਰ ਗੁਪਤ ਉਹ ਕਿੱਥੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਿੱਥੇ ਵੱਸਦੇ ਨੇ। ਤ੍ਰੈ ਗੁਣ ਕੀ ਹੈ, ਮਾਇਆ ਕੀ ਹੈ, ਮਾਇਆ ਸਾਡੇ ਅੰਦਰ ਕਿੱਥੇ ਹੈ, ਮਾਲਕ ਸਾਡੇ ਅੰਦਰ ਕਿੱਥੇ ਬੈਠੇ ਨੇ। ਇਹ ਸਾਰੀ ਸਾਡੇ ਅੰਦਰ ਦੀ ਤਾਂ ਖੋਜ ਹੈ। ਤੇ ਜਦੋਂ ਅਸੀਂ ਇਹ ਖੋਜੀ ਬਣ ਕੇ ਪੜ੍ਹਾਂਗੇ ਵਿਚਾਰਾਂਗੇ ਲੱਭਾਂਗੇ ਤੇ ਸਾਡਾ ਮਨ ਪਾਸੇ ਜਾਣਾ ਹੀ। ਤੇ ਜੇ ਅਸੀਂ ਖੋਜਦੇ ਨਹੀਂ, ਅਸੀਂ ਕਿਸੇ ਸਵਾਰਥ ਵਾਸਤੇ ਕਰਦੇ ਹਾਂ, ਸੰਸਾਰ ਦੀ ਮੰਗ ਵਾਸਤੇ, ਤਾਂ ਸਾਡਾ ਮਨ ਨਹੀਂ ਟਿਕਦਾ। ਪਹਿਲਾਂ ਜੀਵ ਵਿੱਚ ਮੰਗ ਰੱਖ ਲੈਂਦਾ ਵੀ ਸਾਡੀ ਆਹ ਇੱਛਾ ਪੂਰੀ ਹੋ ਜੇ ਤੇ ਫਿਰ ਅਸੀਂ ਇੰਨੇ ਪਾਠ ਕਰਾਂਗੇ। ਉਹ ਜਦੋਂ ਵਿੱਚ ਮੰਗ ਰੱਖ ਲਈ, ਉਹ ਸਾਡਾ ਮਨ ਤਾਂ ਮੰਗ ਦੇ ਵਿੱਚ ਲੱਗਿਆ ਹੋਇਆ ਵੀ ਉਹ ਕਦੋਂ ਸਾਡੀ ਮੰਗ ਪੂਰੀ ਹੋਵੇ। ਉਹ ਪਹਿਲਾਂ ਹੀ ਅਸੀਂ ਉਹ ਚੀਜ਼ ਮਿਥ ਲੈਂਦੇ, ਉਹ ਤਾਂ ਨਹੀਂ ਸਾਡੇ ਮਨ ਟਿਕਦੇ। ਸੋ ਇਸ ਵਾਸਤੇ ਜਦੋਂ ਸਾਨੂੰ ਫਿਰ ਸਮਝ ਆ ਗਈ ਵੀ ਗੁਰਬਾਣੀ ਨੂੰ ਅਸੀਂ ਇਸ ਵਾਸਤੇ ਨਹੀਂ ਪੜ੍ਹਨਾ ਵੀ ਸਾਡਾ ਕਾਰੋਬਾਰ ਵਧੀਆ ਚੱਲੇ, ਸਾਡੇ ਕੋਲ ਧਨ ਦੌਲਤ ਜ਼ਿਆਦਾ ਆ ਜੀ, ਇਸ ਵਾਸਤੇ ਨਹੀਂ। ਗੁਰਬਾਣੀ ਨੂੰ ਇਸ ਕਰਕੇ ਪੜ੍ਹਨਾ ਵਿਚਾਰਨਾ ਵੀ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ ਤੇ ਅਸੀਂ ਪਰਮਾਤਮਾ ਨੂੰ ਕਿਵੇਂ ਮਿਲੀਏ। ਉਹ ਸਾਨੂੰ ਮਿਲਾਪ ਦਾ ਰਸਤਾ ਦੱਸਦੇ ਨੇ। ਤੇ ਜਦੋਂ ਜੀ ਆਪਦੀ ਮੱਤ ਦੁਆਰਾ ਚੱਲਦਾ, ਉਹ ਫਿਰ ਸੰਸਾਰ ਦੇ ਪਦਾਰਥਾਂ ਦੇ ਨਾਲ ਜੋੜ ਲੈਂਦਾ। ਉਹ ਤਾਂ ਕਰਕੇ ਫਿਰ ਉਹਦਾ ਮਨ ਨਹੀਂ ਟਿਕਦਾ। ਸੋ ਇਸ ਵਾਸਤੇ ਫਿਰ ਆਪਾਂ ਜਦੋਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਖੋਜਣਾ, ਸਾਡੇ ਅੰਦਰ ਦੀ ਖੋਜ, ਫਿਰ ਸਾਡਾ ਮਨ ਪਾਸੇ ਨਹੀਂ ਜਾਏਗਾ। ਸੋ ਇਸ ਵਾਸਤੇ ਹੁਣ ਹੀ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ। ਬਾਕੀ ਇਹ ਜੋ ਸਾਰਾ ਗੁਰਬਾਣੀ ਗੁਰੂ ਦੁਆਰਾ ਭੇਦ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਸੋ ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡਾ ਮਨ ਮੰਨ ਜਾਵੇ, ਸਾਡੀ ਆਪਣੀ ਮੱਤ ਖਤਮ ਹੋ ਜੇ ਤੇ ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦੇ ਰਹੇ ਉਸ ਉਪਦੇਸ਼ ਨੂੰ ਅਸੀਂ ਮੰਨ ਕੇ ਆਪਦੇ ਅੰਤਰਮੁਖੀ ਹੋ ਜਾਈਏ ਤੇ ਆਪਣੇ ਘਰ ਚਲੇ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।